ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਹਰ ਸ਼ੁੱਕਰਵਾਰ ਅਸੀਂ ਗੁਰਬਾਣੀ ਵਿਆਕਰਨ ਦੇ ਨਿਯਮ ਪਹਿਲਾਂ ਪੜ੍ਹਦੇ ਰਹੇ ਹਾਂ। ਅੱਜ ਜੋ ਅਸੀਂ ਵਿਚਾਰ ਆਪ ਜੀ ਦੇ ਨਾਲ ਵੀਰ ਜਗੀਰ ਸਿੰਘ ਜੀ ਨੇ ਸਾਂਝੇ ਕਰਨੇ ਹਨ, ਉਹ ਪੰਜਾਬੀ ਦੀ 35 ਅੱਖਰੀ ਵਿੱਚੋਂ ਉਹਦੇ ਉਚਾਰਨ ਕਿਵੇਂ ਬੋਲੇ ਜਾਂਦੇ, ਉਹਦੇ ਕੀ ਨਿਯਮ ਹਨ, ਫਿਰ ਜਿਹੜੇ ਅੰਗਰੇਜ਼ੀ ਅੰਕ ਹਨ, ਪੰਜਾਬੀ ਅੰਕ ਹਨ, ਇਹ ਕਿਵੇਂ ਲਿਖੇ ਜਾਂਦੇ, ਕਿਵੇਂ ਬਣਦੇ ਨੇ, ਇਹ ਸਾਰੇ ਜੋ ਵੀ ਉਹਨਾਂ ਦੇ ਨਿਯਮ ਹਨ ਉਹ ਆਪ ਜੀ ਦੇ ਨਾਲ ਸਾਂਝੇ ਕਰਨਗੇ। ਮੈਂ ਬੇਨਤੀ ਕਰਾਂਗਾ ਜਿੰਨੇ ਕੁ ਵੀਰ ਭੈਣਾਂ ਸ਼ਾਮਲ ਹੋਏ ਨੇ, ਜੇ ਇਹਨਾਂ ਦੇ ਬੱਚੇ ਸ਼ਾਮਲ ਹੋ ਸਕਣ ਤਾਂ ਉਹਨਾਂ ਲਈ ਇਹ ਜ਼ਿਆਦਾ ਲਾਹੇਵੰਦ ਰਹੇਗਾ। ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇ ਬੱਚੇ ਸ਼ਾਮਲ ਹੋ ਜਾਣ ਤਾਂ ਉਹਨਾਂ ਦੇ ਨਿਯਮ ਸਿੱਖਣੇ ਜਿਹੜੇ ਹਨ, ਜਿਹੜੇ ਬਹੁਤ ਜ਼ਰੂਰੀ ਹਨ, ਕਿਉਂਕਿ ਇਹਨਾਂ ਨਿਯਮਾਂ ਤੋਂ ਬਿਨਾਂ ਸਾਨੂੰ ਮੇਨ ਮੁੱਦਾ ਜੋ ਪੰਜਾਬੀ ਬੋਲੀ ਦਾ ਹੈ ਉਹ ਵੀ ਪੂਰਾ ਸਮਝ ਨਹੀਂ ਆਉਂਦਾ, ਨਾ ਹੀ ਸਾਨੂੰ ਪੂਰੀ ਅੱਖਰ ਬੋਲਣੇ ਆਉਂਦੇ ਹਨ। ਤਾਂ ਮੈਂ ਵੀ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਜੇ ਬੱਚੇ ਸ਼ਾਮਲ ਹੋ ਸਕਦੇ ਹਨ ਤਾਂ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਵੀਰ ਜਗੀਰ ਸਿੰਘ ਜੀ ਨੂੰ ਕਿ ਅੱਜ ਦੀ ਇਸ ਕਲਾਸ ਦੀ ਸ਼ੁਰੂਆਤ ਕਰਨ ਔਰ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਆਪਣਾ ਸਬਜੈਕਟ ਸ਼ੁਰੂ ਕਰਨ। ਜੀ ਵੀਰ ਜਗੀਰ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰਾਂਗੇ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜਨਮ ਦਾ ਮਨੋਰਥ ਗੁਰਬਾਣੀ ਅਨੁਸਾਰ ਚੱਲਣਾ, ਗੁਰਬਾਣੀ ਨੂੰ ਸਮਝਣਾ, ਫਿਰ ਉਹਦੇ ਤੇ ਅਮਲ ਕਰਨਾ, ਇਹੀ ਹੈ ਤਾਂ ਕਿ ਅਸੀਂ ਅਕਾਲ ਪੁਰਖ ਵਿੱਚ ਅਭੇਦ ਹੋ ਸਕੀਏ। ਗੁਰਬਾਣੀ ਨੂੰ ਸਮਝਣ ਵਾਸਤੇ ਜ਼ਰੂਰੀ ਹੈ ਸਾਨੂੰ ਗੁਰਬਾਣੀ ਦੇ ਨਿਯਮਾਂ ਦਾ ਪਤਾ ਹੋਵੇ। ਗੁਰਬਾਣੀ ਦੇ ਨਿਯਮ ਪੜ੍ਹਨ ਤੋਂ ਪਹਿਲਾਂ ਸਾਨੂੰ ਗੁਰਮੁਖੀ ਦੇ ਨਿਯਮਾਂ ਦਾ ਵੀ ਪਤਾ ਹੋਣਾ ਚਾਹੀਦਾ। ਜੇ ਅਸੀਂ ਗੁਰਮੁਖੀ ਦੇ ਅੱਖਰ ਹੀ ਨਹੀਂ ਪੜ੍ਹ ਸਕਦੇ ਪਹਿਲਾਂ, ਜਾਂ ਸਾਨੂੰ ਨਿਯਮਾਂ ਦਾ ਨਹੀਂ ਪਤਾ ਹੈਗਾ, ਫਿਰ ਸਾਨੂੰ ਗੁਰਬਾਣੀ ਪੜ੍ਹਨੀ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਅੱਜ ਅਸੀਂ ਬੇਸਿਕਲੀ ਪੰਜਾਬੀ ਦੇ ਹਿੰਦੀ ਦੇ ਸ਼ਬਦ ਕਿੱਦਾਂ ਅਲੱਗ-ਅਲੱਗ ਹੁੰਦੇ ਨੇ, ਕਿੱਦਾਂ ਉਹਨਾਂ ਦਾ ਉਚਾਰਨ ਹੁੰਦਾ, ਉਹਨਾਂ ਦੇ ਬਾਰੇ ਹੀ ਵਿਚਾਰ ਕਰਾਂਗੇ। ਪਾਠ ਕਰਨ ਲੱਗੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਅੱਖਰਾਂ ਦਾ ਗਿਆਨ ਠੀਕ ਹੋਵੇ, ਸਾਰੇ ਅੱਖਰ ਇੱਕਸਾਰ ਬੋਲੇ ਜਾਣ। ਦੂਜਾ ਨਿਯਮ ਇਹ ਹੈ ਲਗਾ ਮਾਤਰਾ ਦਾ ਉਚਾਰਨ ਪੂਰੀ ਤਰ੍ਹਾਂ ਸ਼ੁੱਧ ਰੂਪ ਵਿੱਚ ਉਠਾਇਆ ਜਾਵੇ। ਤੀਜਾ ਨਿਯਮ ਹੈ ਸ਼ਬਦ ਜੋੜ ਠੀਕ ਅਤੇ ਸ਼ੁੱਧ ਬੋਲੇ ਜਾਣ। ਚੌਥਾ ਨਿਯਮ ਹੈ ਸਮੁੱਚੀ ਤੁਕ ਦਾ ਉਚਾਰਨ ਉਸ ਨੂੰ ਇੱਕ ਜਾਂ ਦੋ ਜ਼ਿਆਦਾ ਭਾਗਾਂ ਵਿੱਚ ਵੰਡ ਕੇ ਯੋਗ ਥਾਂ ਤੇ ਵਿਸਰਾਮ ਲਾ ਕੇ ਪਾਠ ਕੀਤਾ ਜਾਵੇ। ਪੰਜਵਾਂ ਨਿਯਮ ਹੈ ਪਾਠ ਕਰਨ ਵਾਸਤੇ ਪਾਠ ਦੀ ਲੈ ਰਸਮਈ ਹੋਵੇ। ਅੱਜ ਜਿਹੜੇ ਪਹਿਲੇ ਦੋ ਨਿਯਮ ਹਨ, ਅੱਖਰਾਂ ਦਾ ਸ਼ੁੱਧ ਉਚਾਰਨ ਤੇ ਲਗਾ ਮਾਤਰਾ ਦਾ ਉਚਾਰਨ, ਅੱਜ ਅਸੀਂ ਉਹਨਾਂ ਦੋਹਾਂ ਦੇ ਬਾਰੇ ਹੀ ਵਿਚਾਰ ਕਰਾਂਗੇ। ਪੰਜਾਬੀ ਬੋਲੀ ਹੋਵੇ ਚਾਹੇ ਹਿੰਦੀ ਬੋਲੀ ਹੋਵੇ, ਮੈਂ ਦੋਹਾਂ ਦੀ ਗੱਲ ਇਕੱਠੀ ਕਰ ਰਿਹਾ। ਇਸ ਦੇ ਵਿੱਚ ਟਿੱਪੀ ਤੇ ਬਿੰਦੀ ਪੰਜਾਬੀ ਵਿੱਚ ਲੱਗਦੀ ਹੈ, ਹਿੰਦੀ ਦੇ ਵਿੱਚ ਟਿੱਪੀ ਨਹੀਂ ਲੱਗਦੀ ਹੈਗੀ, ਬਿੰਦੀ ਲੱਗਦੀ ਹੈ ਤੇ ਇੱਕ ਚਾਂਦ ਬਿੰਦੀ ਲੱਗਦੀ ਹੈ ਜੀ। ਤੇ ਇਹਦੇ ਵਿੱਚ ਬਣੇ ਹੁਣ ਫਰਕ ਸਮਝਣਾ, ਤੇ ਇਹ ਸਭ ਤੋਂ ਪਹਿਲਾਂ ਇਹ ਦੇਖਣਾ ਹੈਗਾ ਟਿੱਪੀ ਅਤੇ ਬਿੰਦੀ ਦੀਆਂ ਆਵਾਜ਼ਾਂ ਕਿੰਨੀਆਂ ਨੇ। 95% ਬੱਚਿਆਂ ਨੂੰ ਇਹਨਾਂ ਦੀਆਂ ਆਵਾਜ਼ਾਂ ਦੇ ਬਾਰੇ ਨਹੀਂ ਪਤਾ ਹੈਗਾ। ਇਹਨਾਂ ਦੀਆਂ ਚਾਹੇ ਬਿੰਦੀ ਹੋਵੇ ਚਾਹੇ ਟਿੱਪੀ ਹੋਵੇ, ਚਾਹੇ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ, ਦੋਹਾਂ ਦੇ ਵਿੱਚ ਇਹਨਾਂ ਦੀਆਂ 5 ਆਵਾਜ਼ਾਂ ਨੇ। ਬਿੰਦੀ ਦੀਆਂ ਵੀ 5 ਆਵਾਜ਼ਾਂ ਨੇ ਤੇ ਟਿੱਪੀ ਦੀਆਂ ਵੀ 5 ਆਵਾਜ਼ਾਂ ਨੇ। ਬਿੰਦੀ ਤੇ ਟਿੱਪੀ ਦੇ ਵਿੱਚ ਅੰਤਰ ਕੀ ਹੈ? ਕੁਝ ਮਾਤਰਾ ਦੇ ਨਾਲ ਟਿੱਪੀ ਲੱਗਦੀ ਹੈ ਪੰਜਾਬੀ ਦੇ ਵਿੱਚ, ਕੁਝ ਮਾਤਰਾ ਦੇ ਵਿੱਚ ਬਿੰਦੀ ਲੱਗਦੀ ਹੈ ਜੀ। ਜਿਸ ਤਰ੍ਹਾਂ ਮੁਕਤਾ ਹੋਵੇ, ਸਿਹਾਰੀ ਹੋਵੇ, ਜਾਂ ਔਂਕੜ ਹੋਵੇ ਜੀ, ਜਾਂ ਦਲੈਂਕੜ ਹੋਵੇ,
ਇਹ ਚਾਰ ਮਾਤਰਾ ਦੇ ਨਾਲ ਟਿੱਪੀ ਲੱਗਦੀ ਹੈ। ਅੱਖਰ ਕੋਈ ਵੀ ਹੋਵੇ, ਮਾਤਰਾ ਚਾਰ ਹੋਣ, ਮੁਕਤਾ ਹੋਵੇ, ਸਿਹਾਰੀ ਹੋਵੇ, ਔਂਕੜ ਹੋਵੇ, ਦਲੈਂਕੜ ਹੋਵੇ, ਉਹਦੇ ਨਾਲ ਟਿੱਪੀ ਲੱਗਦੀ ਹੈ। ਇਹ ਚਾਰ ਮਾਤਰਾ ਹੈਗੀਆਂ ਨੇ। ਉਸ ਤੋਂ ਬਾਅਦ ਜਿਹੜੀ ਬਿੰਦੀ ਹੈਗੀ ਹੈ, ਉਹ ਕਿਸੇ ਅੱਖਰ ਕੋਈ ਵੀ ਹੋਵੇ, ਕੰਨਾ ਹੋਵੇ, ਬਿਹਾਰੀ ਹੋਵੇ, ਉਹਨੂੰ ਲਾਣ ਲੱਗੀ ਹੋਵੇ, ਗਲਾਵਾਂ ਲੱਗੀਆਂ ਹੋਣ, ਹੋੜਾ ਹੋਵੇ ਜਾਂ ਕਨੌੜਾ ਹੋਵੇ, ਇਹਨਾਂ 6 ਮਾਤਰਾ ਜੋ ਕੋਈ ਵੀ ਮਾਤਰਾ ਹੋਵੇ ਉੱਥੇ ਬਿੰਦੀ ਲੱਗਦੀ ਹੈ ਪੰਜਾਬੀ ਦੇ ਵਿੱਚ। ਨਾਲ ਹੀ ਨਾਲ ਦੇ ਆਪਾਂ ਹਿੰਦੀ ਦੇ ਵਿੱਚ ਵੀ ਗੱਲ ਕਰ ਲਈਏ। ਹਿੰਦੀ ਦੇ ਵਿੱਚ ਜਿਹੜੀ ਬਿੰਦੀ ਹੈਗੀ ਹੈ, ਉਹ ਲਾਂ ਨੂੰ, ਗਲਾਂ ਨੂੰ ਆਪਾਂ ਉਹਦੇ ਚ ਛੋਟੀ ਏ ਵੱਡੀ ਏ ਕਹਿੰਦੇ ਆ, ਤੇ ਹੋੜੇ ਨੂੰ ਬਸ ਛੋਟਾ ਉਹ, ਤੇ ਹਿੰਦੀ ਦੇ ਵਿੱਚ ਕਨੌੜੇ ਨੂੰ ਆਪਾਂ ਵੱਡਾ ਉਹ ਕਹਿੰਦੇ ਆ। ਮਤਲਬ ਛੋਟੀ ਏ ਹੋਵੇ, ਬੜੀ ਏ ਹੋਵੇ, ਛੋਟਾ ਉਹ ਹੋਵੇ, ਬੜਾ ਉਹ ਹੋਵੇ, ਛੋਟੀ ਈ ਹੋਵੇ ਮਤਲਬ ਸਿਹਾਰੀ ਹੋਵੇ, ਬੜੀ ਈ ਹੋਵੇ ਮਤਲਬ ਬਿਹਾਰੀ ਹੋਵੇ, ਇਹਨਾਂ ਦੇ ਨਾਲ ਬਿੰਦੀ ਲੱਗਦੀ ਹੈ। ਅੱਖਰ ਕੋਈ ਵੀ ਹੋਣ ਹਿੰਦੀ ਦੇ ਵਿੱਚ, ਕਿਹੜੇ ਕਿਹੜੇ ਅੱਖਰ ਨੇ ਜੋ? ਛੋਟੀ ਏ, ਵੱਡੀ ਏ, ਛੋਟਾ ਉਹ, ਵੱਡਾ ਉਹ, ਛੋਟੀ ਈ, ਵੱਡੀ ਈ, ਇਹਨਾਂ ਮਾਤਰਾ ਦੇ ਨਾਲ ਬਿੰਦੀ ਲੱਗਦੀ ਹੈ। ਜਿਹੜੀਆਂ ਮਾਤਰਾ ਮੁਕਤਾ ਹੋਵੇ ਹਿੰਦੀ ਦੇ ਵਿੱਚ ਹੈ ਜੀ, ਛੋਟਾ ਊ ਹੋਵੇ, ਛੋਟਾ ਮਤਲਬ ਹੈ ਔਂਕੜ, ਬੜਾ ਊ ਹੋਵੇ ਮਤਲਬ ਦਲੈਂਕੜ, ਤੇ ਕੰਨਾ ਹੋਵੇ, ਇਹਨਾਂ ਦੇ ਨਾਲ ਚਾਂਦ ਬਿੰਦੀ ਲੱਗਦੀ ਹੈ। ਮਤਲਬ ਅਧਕ ਦੀ ਤਰ੍ਹਾਂ ਹੁੰਦੀ ਆ ਉਹ, ਉੱਤਰ ਉਹਦੇ ਸੈਂਟਰ ਦੇ ਵਿੱਚ ਉੱਪਰ ਨਾ ਬਿੰਦੀ ਲੱਗੀ ਹੁੰਦੀ ਹੈ, ਉਹਨੂੰ ਚਾਂਦ ਬਿੰਦੀ ਕਹਿੰਦੇ ਨੇ ਜੀ। ਇੱਕ ਨਾ ਹਿੰਦੀ ਦੇ ਵਿੱਚ ਅਰਧ ਸਵਰ ਧੁਨੀ ਹੁੰਦੀ ਹੈ, ਉਹ ਅਧਕ ਦੀ ਤਰ੍ਹਾਂ ਹੁੰਦੀ ਹੈ। ਉਹ ਜਿਹੜੇ ਅੰਗਰੇਜ਼ੀ ਦੇ ਸ਼ਬਦ ਨੇ ਉਹਨਾਂ ਦੇ ਨਾਲ ਲੱਗਦੀ ਹੈ। ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਡਾਕਟਰ, ਡੱਡੇ ਨੂੰ ਕੰਨਾ ਪਾ ਕੇ ਉੱਪਰ ਉਹ ਅਰਧ ਸਵਰ ਧੁਨੀ ਲੱਗਦੀ ਆ ਉਹ। ਕਾਲਜ ਹੈ ਜੀ, ਹਾਲ, ਇਹ ਅੰਗਰੇਜ਼ੀ ਦੇ ਅੱਖਰ ਨੇ ਕੁਝ, ਇਹਨਾਂ ਦੇ ਨਾਲ ਇਹ ਤੀਜੀ ਮਾਤਰਾ ਲੱਗਦੀ ਹੈ। ਇੱਕ ਗੱਲ ਹੋਰ ਦਾ ਧਿਆਨ ਰੱਖਣਾ, ਜਿਹੜੀ ਸੰਸਕ੍ਰਿਤ ਹੈਗੀ ਹੈ ਉਹਦੇ ਵਿੱਚ ਚਾਂਦ ਬਿੰਦੀ ਬਿਲਕੁਲ ਨਹੀਂ ਲੱਗਦੀ ਜੀ। ਇਹ ਹਿੰਦੀ ਤੇ ਸੰਸਕ੍ਰਿਤ ਦਾ ਫਰਕ ਹੈ, ਬਾਕੀ ਸਾਰੀਆਂ ਮਾਤਰਾ ਉਦਾਂ ਹੀ ਲੱਗਦੀਆਂ ਨੇ। ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਟਿੱਪੀ ਦੀ ਤੇ ਬਿੰਦੀ ਦੀਆਂ ਆਵਾਜ਼ਾਂ ਦੀ। ਇਸ ਦੀਆਂ 5 ਆਵਾਜ਼ਾਂ ਨੇ। 5 ਆਵਾਜ਼ਾਂ ਕਿਹੜੀਆਂ ਕਿਹੜੀਆਂ ਨੇ? ਇੱਕ ਨਾਂ ਦੀ ਆਵਾਜ਼, ਇੱਕ ਆਂ ਦੀ ਆਵਾਜ਼, ਇੱਕ ਨਾਣੇ ਦੀ ਆਵਾਜ਼, ਇੱਕ ਨੰਨੇ ਦੀ ਆਵਾਜ਼, ਇੱਕ ਮੰਮੇ ਦੀ ਆਵਾਜ਼। ਮਤਲਬ ਇਹ ਹੈ ਵੀ ਪਹਿਲੀ ਲਾਈਨ ਊੜੇ ਵਾਲੀ ਛੱਡ ਦੋ, ਕੱਕੇ ਵਾਲੀ ਲਾਈਨ, ਖੱਖੇ ਵਾਲੀ ਲਾਈਨ, ਅਗਲੀ ਲਾਈਨ, 5 ਲਾਈਨਾਂ ਦੇ ਜਿਹੜੇ ਅਖੀਰਲੇ ਅੱਖਰ ਨੇ ਉਹਨਾਂ ਦੀ ਆਵਾਜ਼ ਆਉਂਦੀ ਹੈ। ਕੱਕੇ ਵਾਲੀ ਲਾਈਨ ਦਾ ਅਖੀਰਲਾ ਅੱਖਰ ਹੈਗਾ ngੰਗਾ, ngੰਗੇ ਦੀ ਅੱਧੇ ngੰਗੇ ਦੀ ਆਵਾਜ਼ ਆਏਗੀ। ਇਹ ਟਿੱਪੀ ਦੀ ਜਾਂ ਬਿੰਦੀ ਦੀ, ਚਾਹੇ ਪੰਜਾਬੀ ਹੋਵੇ ਚਾਹੇ ਹਿੰਦੀ ਹੋਵੇ। ਫਿਰ ਦੂਸਰੀ ਆਵਾਜ਼ ਹੈਗੀ ਈਏ ਦੀ, ਤੀਸਰੀ ਆਵਾਜ਼ ਹੈਗੀ ਹੈ ਨਾਣੇ ਦੀ, ਚੌਥੀ ਆਵਾਜ਼ ਹੈਗੀ ਹੈ ਨੰਨੇ ਦੀ, 5ਵੀਂ ਆਵਾਜ਼ ਹੈਗੀ ਹੈ ਮੰਮੇ ਦੀ। ਹੁਣ ਸਾਨੂੰ ਇਹ ਕਿੱਦਾਂ ਪਤਾ ਲੱਗੇ ਵੀ ਕਿਹੜੇ ਅੱਖਰ ਦੀ ਆਵਾਜ਼ ਆਣੀ ਹੈ? ਇਹਦਾ ਨਿਯਮ ਇਹ ਹੈ ਵੀ ਜਿਸ ਅੱਖਰ ਦੇ ਉੱਪਰ ਟਿੱਪੀ ਜਾਂ ਬਿੰਦੀ ਲੱਗੀ ਹੁੰਦੀ ਹੈ, ਉਸ ਤੋਂ ਬਾਅਦ ਅਗਲਾ ਅੱਖਰ ਕਿਹੜਾ ਹੈਗਾ, ਜਿਹੜਾ ਉਹ ਅੱਖਰ ਹੈਗਾ ਉਸ ਲਾਈਨ ਦੇ ਅਖੀਰਲੇ ਅੱਖਰ ਦੀ ਆਵਾਜ਼ ਆਏਗੀ, ਅੱਧੀ ਆਵਾਜ਼। ਹੁਣ ਇਹਦੇ ਕਈ ਨਿਯਮ ਹੈਗੇ ਨੇ। ਮੈਂ ਤਾਂ ਹਾਂਜੀ, ਜਿਸ ਤਰ੍ਹਾਂ ਅਸੀਂ ਲਿਖਦੇ ਹਾਂ ਜੀ ਕੰਗਾ, ਕੱਕੇ ਉੱਪਰ ਟਿੱਪੀ, ਘੱਗੇ ਨੂੰ ਕੰਨਾ, ਕੰਗਾ। ਹੁਣ ਇਹਨੂੰ ਹੌਲੀ ਹੌਲੀ ਬੋਲੀਏ, ਜਲਦੀ ਜਲਦੀ ਨਹੀਂ ਪਤਾ ਲੱਗਣਾ ਹੈਗਾ। ਕੰਗਾ। ਹੁਣ ਦੇਖੋ ਇੱਕ ਕਾ ਤੋਂ ਬਾਅਦ ਨਾ ngੰਗੇ ਦੀ ਆਵਾਜ਼ ਆ ਰਹੀ ਹੈ, ਕੰਗਾ ਜੀ। ਕਿਉਂ ਆ ਰਹੀ ਹੈ? ਕਿਉਂਕਿ ਟਿੱਪੀ ਤੋਂ ਬਾਅਦ ਘੱਗਾ ਲੱਗਿਆ ਹੋਇਆ। ਇਸੇ ਘੱਗੇ ਵਾਲੀ ਲਾਈਨ ਦੀ ਅਖੀਰਲਾ ਅੱਖਰ ਕੀ ਆ? ngੰਗਾ। ਇਸ ਕਰਕੇ ngੰਗੇ ਦੀ ਆਵਾਜ਼ ਆ ਰਹੀ ਹੈ। ਇਹ ਨਿਯਮ ਹੈ। ਹੁਣ ਅੱਗੇ ਆ ਗਿਆ ਜੰਗ, ਜੰਗ, ਜੰਗ। ਹੁਣ ਜੱਜੇ ਤੋਂ ਬਾਅਦ ਨਾ ਜਿਹੜੀ ਆਵਾਜ਼ ਆ ਰਹੀ ਹੈ ਉਹ ਅੱਧੇ ඤੇ ਦੀ ਆਵਾਜ਼ ਆ ਰਹੀ ਹੈ। ਇਸ ਤਰ੍ਹਾਂ ਕੋਈ ਵੀ ਅੱਖਰ ਹੋਵੇ ਕੱਕੇ ਵਾਲੀ ਲਾਈਨ ਦਾ, ਟਿੱਪੀ ਤੋਂ ਬਾਅਦ ਖੱਖਾ ਹੋਵੇ, ਗੱਗਾ ਹੋਵੇ, ਘੱਗਾ ਹੋਵੇ, ਤਾਂ ngੰਗੇ ਦੀ ਆਵਾਜ਼ ਆਏਗੀ। ਜਿਵੇਂ ਸਿੰਘ, ਇਹ ਸਿੰਘ ਦੇ ਵਿੱਚ ਵੀ ਜਿਹੜੀ ਟਿੱਪੀ ਦੀ ਆਵਾਜ਼ ਹੈ
ਉਹ ਗੰਗੇ ਦੀ ਆਵਾਜ਼ ਆਏਗੀ। ਦੂਸਰੀ ਆਵਾਜ਼ ਹੈ ञ ਦੀ। ਹੁਣ ਜੇ ਟਿੱਪੀ ਤੋਂ ਬਾਅਦ ਦੂਸਰੇ ਚੱਚਾ, ਸੱਸਾ, ਜੱਜਾ, ਝੱਜਾ ਇਹਨਾਂ ਚੋਂ ਕੋਈ ਅੱਖਰ ਹੈਗਾ ਤਾਂ ञ ਦੀ ਆਵਾਜ਼ ਆਏਗੀ। ਜਿਸ ਤਰ੍ਹਾਂ ਜੰਜੀਰ, ਜੰਜੀਰ, ਜੱਜੇ ਤੋਂ ਬਾਅਦ ਨਾ ञ ਦੀ ਆਵਾਜ਼ ਆ ਰਹੀ ਹੈ। ਹਾਂਜੀ, ਪੰਜ, ਪੰਜ, ਪੱਪੇ ਤੋਂ ਬਾਅਦ ਨਾ ञ ਦੀ ਆਵਾਜ਼ ਆ ਰਹੀ ਹੈ। ਜੰਜ, ਜੰਜ, ਜੱਜੇ ਤੋਂ ਬਾਅਦ ञ ਦੀ ਆਵਾਜ਼ ਆ ਰਹੀ ਹੈ। ਇਸੇ ਤਰ੍ਹਾਂ ਦੀ ਤੀਜੀ ਆਵਾਜ਼ ਹੈ ਉਹ ਨਾਣੇ ਦੀ ਆਏਗੀ। ਜਿਵੇਂ ਠੰਡ, ਠੰਡ, ਠੰਡਾ ਜੀ। ਕੰਡ, ਜੰਡ, ਇਹ ਜਿਹੜੇ ਅੱਖਰ ਹੈਗੇ ਨੇ, ਕਿਉਂਕਿ ਇਹ ਡੱਡੇ ਤੋਂ ਬਾਅਦ ਜਾਂ ਟੈਂਕੇ ਤੋਂ ਬਾਅਦ ਇਹ ਨਾਣਾ ਆਉਂਦਾ, ਇਸ ਕਰਕੇ ਅੱਧੇ ਨਾਣੇ ਦੀ ਆਵਾਜ਼ ਆ ਰਹੀ ਹੈ। ਚੌਥਾ ਨਿਯਮ ਹੈਗਾ ਦੰਦ, ਦੱਦੇ ਵਾਲੀ ਲਾਈਨ, ਦੰਦ, ਦੱਦੇ ਦੇ ਉੱਪਰ ਟਿੱਪੀ ਹੈ, ਫਿਰ ਅੱਗੇ ਦੱਦਾ ਮੁਕਤਾ, ਦੰਦ ਆਪਣੇ ਟੁੱਥ ਜੀ। ਤੇ ਇਹ ਜਿਹੜਾ ਟਿੱਪੀ ਤੋਂ ਬਾਅਦ ਦੱਦਾ ਹੈਗਾ, ਦੱਦੇ ਵਾਲੀ ਲਾਈਨ ਦਾ ਅਖੀਰਲਾ ਅੱਖਰ ਹੈਗਾ ਨੰਨਾ, ਇਸ ਕਰਕੇ ਇੱਥੇ ਨੰਨੇ ਦੀ ਆਵਾਜ਼ ਆਏਗੀ। ਦੰਦ, ਗੰਦ, ਤੰਦ, ਸੰਤ, ਬਾਂਦਰ। ਹੁਣ ਇਹ ਬਾਂਦਰ ਦੇ ਉੱਤੇ ਬਿੰਦੀ ਲੱਗੀ ਹੋਈ ਹੈ, ਆਵਾਜ਼ ਨੰਨੇ ਦੀ ਆਣੀ ਹੈ, ਅੱਧੇ ਨੰਨੇ ਦੀ ਆਵਾਜ਼ ਆਣੀ ਹੈ। ਪੰਜਵੀਂ ਆਵਾਜ਼ ਹੈਗੀ ਹੈ ਮੰਮੇ ਦੀ। ਜਿਵੇਂ ਆਪਾਂ ਲਿਖਦੇ ਹਾਂ ਪੰਪ, PUMP, ਇੱਥੇ ਨਾ ਮੰਮੇ ਦੀ ਆਵਾਜ਼ ਆ ਰਹੀ ਹੈ। PUMP, ਐਮ ਦੱਸਦੇ ਜੀ ਮੰਮਾ। ਪੰਪ, ਖੰਭ, ਖੰਭ, ਇੱਥੇ ਹੁਣ ਮੰਮੇ ਦੀ ਆਵਾਜ਼ ਆ ਰਹੀ ਹੈ। ਅੰਬ, ਲੰਬਾ ਜੀ। ਇਸ ਤਰ੍ਹਾਂ ਇਹ ਪੰਜ ਆਵਾਜ਼ਾਂ ਹੈਗੀਆਂ ਨੇ, ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ। ਇਸ ਤਰ੍ਹਾਂ ਇਹਨਾਂ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਅਸੀਂ ਕੁਦਰਤੀ ਠੀਕ ਆਵਾਜ਼ਾਂ ਕੱਢਦੇ ਹਾਂ, ਗਲਤ ਨਹੀਂ ਕੱਢਦੇ, ਬੋਲਦੇ ਨਹੀਂ ਕਰਦੇ ਹੈਗੇ ਗਲਤ, ਪਰ ਸਾਨੂੰ ਇਹ ਨਹੀਂ ਪਤਾ ਵੀ ਆਵਾਜ਼ਾਂ ਇਹ ਆਉਂਦੀਆਂ ਕਿਉਂ ਨੇ, ਇਹਨਾਂ ਦਾ ਨਿਯਮ ਕੀ ਹੈ। ਇਹ ਅੱਜ ਆਪਾਂ ਨੇ ਨਿਯਮ ਪੜ੍ਹਿਆ ਤੇ ਇਹ ਸਾਨੂੰ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਟਿੱਪੀ ਤੇ ਬਿੰਦੀ ਦੀਆਂ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਕਿੰਨੀਆਂ ਆਵਾਜ਼ਾਂ ਨੇ, ਉਹ ਆਵਾਜ਼ਾਂ ਕਿਉਂ ਆਉਂਦੀਆਂ ਨੇ। ਮੇਰਾ ਖਿਆਲ ਹੈ ਇਸ ਨਿਯਮ ਬਾਰੇ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਡਿਟੇਲ ਦੇ ਵਿੱਚ। ਅਗਲਾ ਨਿਯਮ ਹੈ ਜੀ ਇਸੇ ਦੇ ਵਿੱਚ, ਊੜੇ ਵਾਲੀ ਲਾਈਨ ਛੱਡ ਦਿਓ, ਕੱਕੇ ਵਾਲੀ ਲੈ ਲਓ, ਲਾਈਨ ਲੈ ਲਓ, ਚੱਚੇ ਵਾਲੀ ਲੈ ਲਓ, ਟੈਂਕੇ ਵਾਲੀ ਲੈ ਲਓ, ਤੱਤੇ ਵਾਲੀ ਲੈ ਲਓ ਤੇ ਪੱਪੇ ਵਾਲੀ ਲਾਈਨ ਲੈ ਲਓ। ਇਹ ਪੰਜ ਲਾਈਨਾਂ ਦੇ ਵਿੱਚ ਜਿਹੜਾ ਚੌਥਾ ਅੱਖਰ ਹੈ ਜਿੱਥੇ ਲਾਈਨ ਲਾਈ ਹੋਈ ਹੈ, ਘੱਗਾ, ਝੱਜਾ, ਢੱਡਾ, ਧੱਦਾ ਤੇ ਪੱਬਾ, ਇਹ ਪੰਜ ਅੱਖਰ ਨੇ। ਜਦੋਂ ਆਪਾਂ ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ, ਦੋਹਾਂ ਦੀ ਗੱਲ ਕਰ ਰਹੇ ਹਾਂ, ਤੇ ਜੇ ਇਹ ਅੱਖਰ ਪਹਿਲੇ ਨੰਬਰ ਦੇ ਉੱਤੇ ਆ ਜਾਣ, ਸ਼ੁਰੂ ਦੇ ਵਿੱਚ ਆ ਜਾਣ, ਤਾਂ ਇਹ ਆਪਣੀ ਆਵਾਜ਼, ਅਸਲੀ ਆਵਾਜ਼ ਕੱਢਣਗੇ। ਜਿਵੇਂ ਘੱਗਾ ਰਾਰਾ ਘਰ, ਨਹੀਂ, ਝੱਜਾ ਝੰਡਾ, ਢੱਡਾ ਢੋਲ, ਧੱਦਾ ਧੋਬੀ, ਪੱਬਾ ਭਾਈ, ਇਹ ਪੰਜੇ ਅੱਖਰ ਆਪਣੀ ਅਸਲੀ ਆਵਾਜ਼ ਕੱਢਣਗੇ। ਜੇਕਰ ਇਹਨਾਂ ਪੰਜਾਂ ਅੱਖਰਾਂ ਵਿੱਚੋਂ ਕੋਈ ਵੀ ਅੱਖਰ ਬਾਅਦ ਵਿੱਚ ਆਵੇ, ਦੂਜੇ ਨੰਬਰ ਤੇ ਆਵੇ, ਤੀਜੇ ਨੰਬਰ ਤੇ ਆਵੇ, ਚੌਥੇ ਨੰਬਰ ਤੇ ਆਵੇ, ਜਿੱਥੇ ਮਰਜ਼ੀ ਆਵੇ, ਲਾਸਟ ਪਹਿਲੇ ਨੰਬਰ ਤੇ ਨਾ ਹੋਵੇ, ਬਾਅਦ ਵਿੱਚ ਆਵੇ, ਤਾਂ ਇਸ ਤੋਂ ਇਹਨਾਂ ਦੀ ਜਿਹੜੀ ਆਵਾਜ਼ ਹੈ ਉਹ ਨਿਕਲ ਨਹੀਂ ਸਕਦੀ। ਉਸ ਤੋਂ ਪਹਿਲੇ ਅੱਖਰ ਦੀ ਆਵਾਜ਼ ਨਿਕਲੇਗੀ, ਪਲੱਸ ਅੱਧਾ ਹਾਹਾ ਨਿਕਲੇਗਾ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਹੜੀ ਆਵਾਜ਼ ਇਹਨਾਂ ਦੀ ਹਿੰਦੀ ਦੇ ਵਿੱਚ ਹੁੰਦੀ ਹੈ ਉਹ ਆਵਾਜ਼ ਆਏਗੀ। ਜਿਵੇਂ ਹੁਣ ਆਪਾਂ ਲਿਖਦੇ ਹਾਂ ਸਿੰਘ, ਸੱਸੇ ਨੂੰ ਸਿਹਾਰੀ, ਉੱਤੇ ਟਿੱਪੀ, ਘੱਗਾ। ਹੁਣ ਘੱਗਾ ਇੱਥੇ ਬੋਲ ਨਹੀਂ ਸਕਦੇ, ਹਾਂਜੀ, ਗੱਗਾ ਇੱਥੇ ਬੋਲ ਨਹੀਂ ਸਕਦੇ, ਸਿੰਘ ਵੀ ਨਹੀਂ ਕਹਿ ਸਕਦੇ, ਸਿੰਘ ਤਾਂ ਪਸ਼ੂਆਂ ਦੇ ਹੁੰਦੇ ਨੇ। ਘੱਗਾ, ਸਿੰਘ, ਘੱਗਾ ਬੋਲਿਆ ਨਹੀਂ ਜਾ ਸਕਦਾ, ਇਸ ਨੂੰ ਏਦਾਂ ਬੋਲਿਆ ਜਾਏਗਾ ਸਿੰਘ, ਗੱਗਾ ਪਾ ਕੇ ਨਾਲ ਅੱਧਾ ਹਾਹਾ, ਸਿੰਘ, ਹਾਂਜੀ। ਇਸ ਤਰ੍ਹਾਂ ਸ਼ਬਦ ਹੈਗੇ ਨੇ, ਜਿਹੜੇ ਜਿਵੇਂ ਸਿੰਘ ਆ ਗਿਆ, ਦੂਜੇ ਨੰਬਰ ਤੇ ਉੱਤੇ ਕੰਘਾ। ਹੁਣ ਕੱਕੇ ਦੇ ਉੱਤੇ ਟਿੱਪੀ, ਘੱਗੇ ਨੂੰ ਕੰਨਾ, ਇਹਨੂੰ ਘਾ ਨਹੀਂ ਬੋਲ ਸਕਦੇ, ਘੱਗਾ ਬੋਲਿਆ ਨਹੀਂ ਜਾ ਸਕਦਾ। ਘੱਗਾ ਕਿਉਂਕਿ ਬਾਅਦ ਦੇ ਵਿੱਚ ਆ ਗਿਆ, ਇਸ ਕਰਕੇ ਇਹਨੂੰ ਕੰਘਾ, ਗੱਗਾ ਬੋਲ ਕੇ ਨਾਲ ਅੱਧਾ ਹਾਹਾ, ਜਿਵੇਂ ਹਿੰਦੀ ਦੇ ਵਿੱਚ ਉਚਾਰਨ ਕੀਤਾ ਜਾਂਦਾ, ਕੰਘਾ ਜੀ। ਇਸ ਤਰ੍ਹਾਂ ਜੰਜ, ਜੰਜ ਆਪਾਂ ਲਿਖਦੇ ਹਾਂ
ਜੱਜੇ ਦੇ ਉੱਤੇ ਟਿੱਪੀ ਝੱਜਾ। ਹੁਣ ਇਸੇ ਝੱਜਾ ਬੋਲਿਆ ਨਹੀਂ ਜਾ ਸਕਦਾ ਕਿਉਂਕਿ ਝੱਜਾ ਬਾਅਦ ਵਿੱਚ ਆ ਗਿਆ। ਜੰਚ ਇਦਾਂ ਦਾ ਕੋਈ ਨਹੀਂ ਬੋਲਦਾ ਹੈਗਾ। ਹੁਣ ਇਸੇ ਝੱਜਾ ਬੋਲਿਆ ਨਹੀਂ ਜਾਂਦਾ। ਹੁਣ ਇਹਨੂੰ ਪਾਣੇ ਨੇ ਜੱਜਾ ਵੀ ਨਹੀਂ ਬੋਲਣਾ, ਇਹਨੂੰ ਬੋਲਾਂਗੇ ਝੱਜੇ ਦੀ ਥਾਂ ਤੇ ਜੱਜਾ ਬੋਲਾਂਗੇ, ਨਾਲ ਅੱਧਾ ਹਾਹਾ ਲਾਵਾਂਗੇ ਜਿਵੇਂ ਹਿੰਦੀ ਦੇ ਵਿੱਚ ਇਹਦੀ ਆਵਾਜ਼ ਆਉਂਦੀ ਹੈ ਜੰਜ ਜੀ। ਇਸ ਤਰ੍ਹਾਂ ਇਹਦਾ ਉਚਾਰਨ ਕਰਨਾ। ਬਾਜ ਬੱਬੇ ਨੂੰ ਕਰਨਾ ਝੱਜਾ ਬਾਜ ਲਿਖਿਆ ਜਾਂਦਾ ਤੇ ਬੋਲਿਆ ਜਾਂਦਾ ਬੱਬੇ ਨੂੰ ਕਰਨਾ ਜੱਜਾ ਅੱਧਾ ਹਾਹਾ ਬਾਜ। ਇਦਾਂ ਇਹ ਉਚਾਰਨ ਕੀਤਾ ਜਾਂਦਾ। ਦੂਜੇ ਨੰਬਰ ਤੇ ਹੈ ਖਾਦੀ ਹੈ ਦੁੱਧ। ਹੁਣ ਜਿਵੇਂ ਦੱਦੇ ਨੂੰ ਦਰੈਂਕੜ ਉੱਤੇ ਟਿੱਪੀ ਧੱਦਾ। ਹੁਣ ਇਹ ਧੱਦਾ ਬੋਲਿਆ ਨਹੀਂ ਜਾ ਸਕਦਾ। ਇਹਨੂੰ ਪਹਿਲਾਂ ਜੇ ਆਪਾਂ ਦੱਦਾ ਬੋਲਾਂਗੇ ਫਿਰ ਬਣ ਗਿਆ ਦੁੱਧ। ਦੁੱਧ ਦਾ ਕੋਈ ਸ਼ਬਦ ਨਹੀਂ ਹੈਗਾ ਹੈ ਜੀ, ਨਿਰਾਰਥਕ ਸ਼ਬਦ ਹੈ ਇਹ। ਦੁੱਧ ਤਾਂ ਆਪਾਂ ਕਹਿ ਨਹੀਂ ਸਕਦੇ। ਦੁੱਧ ਧੱਦਾ ਨਹੀਂ ਬੋਲਿਆ ਜਾ ਸਕਦਾ। ਇਹਨੂੰ ਵੀ ਆਪਾਂ DH ਬੋਲਣਾ, ਦੱਦਾ ਪਾ ਕੇ ਨਾਲ ਅੱਧਾ ਹਾ, ਜਿਵੇਂ ਹਿੰਦੀ 'ਚ ਬੋਲਦੇ ਨੇ ਦੁੱਧ। ਇਸ ਤਰ੍ਹਾਂ ਇਹ ਸਾਰੇ ਸ਼ਬਦ ਇਦਾਂ ਬੋਲੇ ਜਾਂਦੇ ਨੇ। ਮਤਲਬ ਪੰਜੇ ਸ਼ਬਦ ਜੇ ਬਾਅਦ ਵਿੱਚ ਆਉਣ ਤਾਂ ਉਸ ਤੋਂ ਪਹਿਲੇ ਅੱਖਰ ਦੀ ਆਵਾਜ਼ ਆਏਗੀ, ਨਾਲ ਅਤੇ ਹਾਹੇ ਦੀ ਆਵਾਜ਼ ਆਏਗੀ। ਇਹ ਇਹਨਾਂ ਦੇ ਬੋਲਣ ਦਾ ਤਰੀਕਾ, ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਹੋਵੇ। ਹੁਣ ਜਿਵੇਂ ਅਸੀਂ ਕੋਈ ਗੁਰਬਾਣੀ ਤੋਂ ਪੜ੍ਹ ਰਹੇ ਹਾਂ, ਉੱਥੇ ਮੱਘਰ ਲਿਖਿਆ, ਮੱਘਰ ਮਹਾਸਾਂਦੀਆਂ, ਉੱਥੇ ਮੱਘਰ ਨਹੀਂ ਬੋਲਣਾ ਵੀ ਕੋਈ ਜਿੱਦਾਂ ਲਿਖਿਆ ਹੋਇਆ ਉਦਾਂ ਨਹੀਂ ਬੋਲਿਆ ਜਾ ਸਕਦਾ। ਇਹ ਨਿਯਮ ਹੁੰਦੇ ਨੇ ਆਪਣੇ। ਜਿੱਦਾਂ ਦੇ ਨਿਯਮ ਹੁੰਦੇ ਨੇ ਉਹ ਸਾਨੂੰ ਫੋਲੋ ਕਰਨੇ ਪੈਣਗੇ। ਅਸੀਂ ਗੁਰਬਾਣੀ ਤਦੇ ਪੜ੍ਹ ਸਕਦੇ ਹਾਂ ਜੇ ਸਾਨੂੰ ਪੰਜਾਬੀ ਦੀ ਨਿਯਮ ਦਾ ਪਤਾ ਹੋਏਗਾ। ਉੱਥੇ ਮੱਘਰ ਨਹੀਂ ਕਹਿਣਾ ਹੈਗਾ, ਮੱਘਰ ਕਹਿਣਾ ਹੈਗਾ। ਉਹਨੂੰ ਗੱਗੇ ਦੇ ਤੇ ਨਾਲ ਦਾ ਹਾਹਾ ਲਾ ਕੇ ਉਦਾਂ ਉਚਾਰਨ ਕਰਨਾ। ਇਸ ਕਰਕੇ ਮੈਂ ਬੇਸਿਕਲੀ ਪਹਿਲਾਂ ਮੁੱਢ ਤੋਂ ਹੀ ਸ਼ੁਰੂ ਕਰਨ ਲੱਗੇ ਹਾਂ। ਗੁਰਬਾਣੀ ਉਚਾਰਨ ਦਾ ਜਿਹੜਾ ਸਬਜੈਕਟ ਹੈ ਉਹ ਆਪਾਂ ਊੜੇ ਵਾਲੇ ਤੋਂ ਸ਼ੁਰੂ ਕਰਨ ਲੱਗੇ ਹਾਂ, ਇਸੇ ਕਰਕੇ ਵੀ ਸਾਨੂੰ ਉਚਾਰਨ ਸਹੀ ਆ ਜਾਏ ਅੱਖਰਾਂ ਦਾ। ਅਗਲਾ ਪੁਆਇੰਟ ਹੈ ਜੀ, ਪੰਜਾਬੀ ਦੇ ਵਿੱਚ ਅੱਖਰ ਵਾਵਾ ਲਿਖਿਆ ਜਾਂਦਾ ਕਈ ਥਾਵਾਂ ਦੇ ਉੱਤੇ, ਤੇ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਬੱਬਾ ਅੱਖਰ ਲਿਖਿਆ ਜਾਂਦਾ। ਇਹੀ ਵਜ੍ਹਾ ਹੈਗੀ ਹੈ ਵੀ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਵਿਚਾਰ ਜਿਹੜਾ ਹੈਗਾ ਉਹ ਵਾਵੇ ਨਾਲ ਪਾਇਆ ਹੋਇਆ, ਕਈ ਥਾਂ ਤੇ ਬੱਬੇ ਨਾਲ ਪਾਇਆ ਹੋਇਆ। ਜਿਹੜਾ ਬੱਬੇ ਨਾਲ ਪਾਇਆ ਹੋਇਆ ਉਹ ਹਿੰਦੀ ਦਾ ਅੱਖਰ ਹੈ, ਜਿਹੜਾ ਵਾਵੇ ਨਾਲ ਪਾਇਆ ਹੋਇਆ ਉਹ ਪੰਜਾਬੀ ਦਾ ਅੱਖਰ ਹੈ। ਇਸ ਕਰਕੇ ਇਹ ਨਹੀਂ ਹੈਗਾ ਭਾਈ ਗੁਰਦਾਸ ਜੀ ਇਹਨੇ ਵਿਦਵਾਨ ਸੀਗੇ, ਬਨਾਰਸ ਦੇ ਪੰਡਤਾਂ ਨੂੰ ਪੈਰੀਂ ਪਾਲਿਆ ਸੀਗਾ ਤੇ ਉਹ ਮਤਲਬ ਗਲਤੀ ਨਹੀਂ ਹੋ ਸਕਦੀ। ਗੁਰੂ ਅਰਜਨ ਦੇਵ ਜੀ ਆਪ ਅਕਾਲ ਪੁਰਖ ਦਾ ਰੂਪ, ਗਲਤੀ ਕਿੱਦਾਂ ਹੋ ਸਕਦੀ ਹੈ? ਗਲਤੀ ਕੋਈ ਨਹੀਂ, ਸਾਨੂੰ ਸਮਝ ਨਹੀਂ ਹੈਗੀ ਵੀ ਇੱਥੇ ਬੱਬਾ ਕਿਉਂ ਪਾਇਆ, ਵਾਵਾ ਕਿਉਂ ਪਾਇਆ। ਵਾਵਾ ਅੱਖਰ ਪੰਜਾਬੀ ਵਾਸਤੇ ਆਉਂਦਾ ਨਾਰਮਲੀ, ਤੇ ਬੱਬਾ ਅੱਖਰ ਹਿੰਦੀ ਵਾਸਤੇ ਆਉਂਦਾ। ਹੁਣ ਇਹਦੀਆਂ ਕੁਝ ਐਗਜ਼ਾਮਪਲਾਂ ਮੈਂ ਦੇਣ ਲੱਗਿਆ। ਪਹਿਲਾਂ ਮੈਂ ਪੰਜਾਬੀ ਦਾ ਅੱਖਰ ਬੋਲਾਂਗਾ, ਫਿਰ ਮੈਂ ਹਿੰਦੀ ਦਾ ਬੋਲਾਂਗਾ। ਬੋਲਣ ਲੱਗੇ ਕਈ ਵਾਰੀ ਗਲਤੀ ਵੀ ਲੱਗ ਜਾਂਦੀ ਹੈ, ਤੁਸੀਂ ਉਹ ਥੋੜਾ ਜਿਹਾ ਮਾਫ ਵੀ ਕਰਨਾ ਜੀ। ਆਪਾਂ ਲਿਖਦੇ ਹਾਂ ਜੀ ਵਾਵੇ ਨੂੰ ਕਰਨਾ ਟੈਂਕਾ ਵਾਟ, ਇਹ ਪੰਜਾਬੀ ਦਾ ਅੱਖਰ ਹੈ। ਤੇ ਜੇ ਹਿੰਦੀ ਵਿੱਚ ਲਿਖਣਾ ਹੋਵੇ ਉਹ ਬੱਬੇ ਨੂੰ ਕਰਨਾ ਟੈਂਕਾ ਬਾਟ। ਇਹ ਮੈਂ ਤਾਂ ਪੜ੍ਹਾ ਰਿਹਾ ਵੀ ਸਾਡੇ ਬੱਚੇ ਮੈਰਿਟ ਵਿੱਚ ਆਣ, ਉਹ ਜਦੋਂ ਪੰਜਾਬੀ ਹੋਵੇ, ਹਿੰਦੀ ਹੋਵੇ, ਅੰਗਰੇਜ਼ੀ ਹੋਵੇ, ਸੰਸਕ੍ਰਿਤ ਹੋਵੇ, ਕੋਈ ਵੀ ਲੈਂਗੁਏਜ ਹੋਵੇ, ਜਿੰਨੀਆਂ ਗਲਤੀਆਂ ਕਰਨਗੇ ਉਦੋਂ ਅੱਧੇ ਨੰਬਰ ਕੱਟੇ ਜਾਣਗੇ। ਫਰਜ਼ ਕਰੋ ਸਾਰੇ ਪੇਪਰ ਦੇ ਵਿੱਚ 10 ਗਲਤੀਆਂ ਹੋ ਗਈਆਂ ਤਾਂ ਉਹਨਾਂ ਦੇ 5 ਨੰਬਰ ਕੱਟੇ ਗਏ। 5 ਨੰਬਰ ਕੱਟਣ ਨਾਲ ਮੈਰਿਟ ਕਿੱਥੇ ਗਈ? ਇਸ ਲਈ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਜਿੱਥੇ ਗੁਰਬਾਣੀ ਨਾਲ ਜੁੜੇ ਹੋਏ ਨੇ ਉੱਥੇ ਦੁਨਿਆਵੀ ਵਿੱਦਿਆ ਦੇ ਵਿੱਚ ਵੀ ਟੌਪ ਦੇ ਉੱਤੇ ਜਾਣ, ਤਾਂ ਕਿ ਉਹ ਚੰਗੇ ਡਾਕਟਰਾਂ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲ ਸਕੇ, ਚੰਗੇ ਇੰਜੀਨੀਅਰ ਬਣ ਸਕਣ, ਚੰਗੀਆਂ ਤਰੱਕੀਆਂ ਕਰਨ। ਇਸ ਲਈ ਜ਼ਰੂਰੀ ਹੈ ਸਾਨੂੰ ਹਿੰਦੀ ਵਿੱਚੋਂ ਉਵੇਂ ਵੱਧ ਤੋਂ ਵੱਧ ਨੰਬਰ ਆਉਣ, ਪੰਜਾਬੀ ਵਿੱਚੋਂ ਵੀ ਆਉਣ, ਪਰ ਪੰਜਾਬੀ ਜ਼ਰੂਰੀ ਹੈ ਕਿਉਂਕਿ ਸਾਡੀ ਮਦਰ ਲੈਂਗੁਏਜ ਹੈ। ਗੁਰੂ ਗ੍ਰੰਥ ਸਾਹਿਬ ਪੰਜਾਬੀ ਦੇ ਵਿੱਚ ਹੀ ਹੈ, ਇਸ ਕਰਕੇ ਪੰਜਾਬੀ ਪੜ੍ਹਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹਿੰਦੀ ਵੀ, ਅੰਗਰੇਜ਼ੀ ਵੀ, ਹੋਰ ਵੀ ਲੈਂਗੁਏਜ ਸਾਰੀਆਂ ਸਾਨੂੰ ਸਿੱਖਣੇ ਚਾਹੀਦੀਆਂ ਨੇ ਜਿੰਨੀਆਂ ਅਸੀਂ ਸਿੱਖ ਸਕਦੇ ਹਾਂ। ਹੁਣ ਸਾਨੂੰ ਜੇ ਅਸੀਂ ਹਿੰਦੀ ਦੇ ਵਿੱਚ ਗਲਤੀਆਂ ਕਰੀ ਜਾਵਾਂਗੇ ਸਾਡੇ ਨੰਬਰ ਕੱਟੇ ਜਾਣਗੇ। ਇਸ ਕਰਕੇ ਬੱਚਿਆਂ ਵਾਸਤੇ ਜ਼ਰੂਰੀ ਹੈ ਜੇ ਅਸੀਂ ਹਿੰਦੀ ਲਿਖਣੀ ਹੈ ਤਾਂ ਉਹ ਜਿਹੜੇ ਅੱਖਰ ਹੈਗੇ ਨੇ ਹਿੰਦੀ ਦੇ ਵਿੱਚ ਬੱਬਾ ਪਾਇਆ ਜਾਂਦਾ, ਪੰਜਾਬੀ ਦੇ ਵਿੱਚ ਵਾਵਾ ਪਾਇਆ ਜਾਂਦਾ ਕਈ ਸ਼ਬਦਾਂ ਦੇ ਵਿੱਚ। ਜਿਵੇਂ ਆਪਾਂ ਲਿਖਦੇ ਹਾਂ ਪੰਜਾਬੀ ਦੇ ਵਿੱਚ ਵਰ, ਵਾਵਾ ਰਾਰਾ ਵਰ, ਤੇ ਪੰਜਾਬੀ ਹਿੰਦੀ ਦਾ ਪੇਪਰ ਦੇਣਾ ਤਾਂ ਉੱਥੇ ਬੱਬਾ ਰਾਰਾ ਬਰ ਲਿਖਿਆ ਜਾਏਗਾ। ਜਿਵੇਂ ਕਿ ਪੰਜਾਬੀ ਦੇ ਵਿੱਚ ਵੇਲ, ਹਿੰਦੀ ਦੇ ਵਿੱਚ ਬੇਲ ਬੱਬੇ ਨਾਲ ਜੀ। ਪੰਜਾਬੀ ਦੇ ਵਿੱਚ ਲਿਖਾਂਗੇ ਆਪਾਂ ਵਾਜਾ, ਹਿੰਦੀ 'ਚ ਲਿਖਾਂਗੇ ਬਾਜਾ ਬੱਬੇ ਨਾਲ, ਪੰਜਾਬੀ 'ਚ ਵਾਵੇ ਨਾਲ, ਹਿੰਦੀ 'ਚ ਬੱਬੇ ਨਾਲ। ਇਹ ਸਾਨੂੰ ਨੌਲੇਜ ਪਤਾ ਹੋਣੀ ਚਾਹੀਦੀ ਆ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ।
ਜੇ ਅਸੀਂ ਤਾਂਹੀਓ ਸਾਡੇ ਨੰਬਰ ਹਿੰਦੀ ਤੋਂ ਵੱਧ ਆਉਣਗੇ, ਤਾਂਹੀਓ ਸਾਡੇ ਅਸੀਂ ਮੈਰਿਟ ਵਿੱਚ ਆਵਾਂਗੇ, ਤਾਂਹੀਓ ਅਸੀਂ ਤਰੱਕੀਆਂ ਕਰ ਸਕਦੇ ਹਾਂ ਦੁਨਿਆਵੀ ਤੌਰ ਦੇ ਉੱਤੇ। ਅਗਲਾ ਹੈ ਅੱਖਰ ਵਾਲ, ਵਾਵੇ ਨਾਲ ਜੀ। ਜੇ ਹਿੰਦੀ 'ਚ ਲਿਖਣਾ ਹੋਏ ਬਾਲ, ਬੱਬੇ ਨਾਲ। ਇਸ ਤਰ੍ਹਾਂ ਵਾਲੀ ਹਿੰਦੀ ਵਿੱਚ, ਪੰਜਾਬੀ ਵਿੱਚ ਬਾਲੀ ਬੱਬੇ ਨਾਲ, ਹਿੰਦੀ ਵਿੱਚ ਵਿਚਾਰਾ ਵਾਵੇ ਨਾਲ ਪੰਜਾਬੀ ਵਿੱਚ, ਤੇ ਵਿਚਾਰਾ ਬੱਬੇ ਨਾਲ ਹਿੰਦੀ ਵਿੱਚ। ਇਸ ਤਰ੍ਹਾਂ ਆਪਾਂ ਲਿਖਦੇ ਹਾਂ ਵਿਆਜ, ਜੋ ਵਿਆਜ ਪੰਜਾਬੀ 'ਚ ਲਿਖਦੇ ਆ ਵਾਵੇ ਨਾਲ ਲਿਖਣਾ ਪੈਂਦਾ, ਜੋ ਹਿੰਦੀ 'ਚ ਲਿਖਦੇ ਆ ਤਾਂ ਅੱਧੇ ਬੱਬੇ ਨਾਲ ਲਿਖਣਾ ਪੈਂਦਾ। ਇਸ ਤਰ੍ਹਾਂ ਇਹ ਵੀ ਅੱਖਰ ਹੈ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਜੇ ਹਿੰਦੀ ਵੀ ਲਿਖਣੀ ਆ ਤਾਂ ਕਿੱਦਾਂ ਲਿਖਣੀ ਆ, ਜੇ ਪੰਜਾਬੀ ਲਿਖਣੀ ਆ ਤਾਂ ਉਹਦੇ 'ਚ ਕਿਹੜੇ ਅੱਖਰ ਲਿਖਣੇ ਨੇ, ਕਿਉਂ ਲਿਖੇ ਜਾਂਦੇ ਨੇ, ਨਿਯਮ ਹੈ, ਇਹਦੇ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ। ਅਗਲਾ ਅੱਖਰ ਹੈ, ਕਈ ਵਾਰੀ ਅਸੀਂ ਅਣਗਹਿਲੀ ਦੇ ਨਾਲ ਨਾ 5ਵਾਂ 8ਵਾਂ ਏਦਾਂ ਬੋਲ ਜਾਂਦੇ ਆ। 8ਵਾਂ 5ਵਾਂ 6ਵਾਂ ਇਹ ਸ਼ੁੱਧ ਉਚਾਰਨ ਨਹੀਂ ਹੈਗਾ। ਇਹ ਮਾਂ ਨਹੀਂ ਲਿਖਣਾ, ਵਾਂ, 5ਵਾਂ 8ਵਾਂ 7ਵਾਂ 10ਵਾਂ, ਇਹ ਵਾਵੇ ਨਾਲ ਲਿਖਿਆ ਜਾਂਦਾ, ਉੱਥੇ ਬਿੰਦੀ ਲਾਈ ਜਾਂਦੀ ਹੈ, ਮੱਮੇ ਨਾਲ ਨਹੀਂ ਲਿਖੇ ਜਾਂਦੇ। ਇਹਨਾਂ ਦੇ ਮਤਲਬ ਆਪਣੇ ਆਪਣੇ ਇਲਾਕੇ ਦੀ ਬੋਲੀ ਵੀ ਹੁੰਦੀ ਹੈ, ਕਈ ਆਦਤ ਵੀ ਪਈ ਜਾਂਦੀ ਹੈ, ਪੈਂਦੀ ਹੈ। ਸਾਨੂੰ ਇਹਦੇ ਵਿੱਚ ਵੀ ਸੁਧਾਰ ਕਰਨਾ ਚਾਹੀਦਾ ਵੀ ਕਿੱਦਾਂ ਲਿਖਣੀ ਹੈ ਪੰਜਾਬੀ। ਅਗਲਾ ਪੁਆਇੰਟ ਹੈ, ਜੇ ਕੋਈ ਪੰਜਾਬੀ ਦੇ ਵਿੱਚ 3 ਅੱਖਰ ਇਕੱਠੇ ਹੋਣ ਤਾਂ ਪਹਿਲੇ 2 ਅੱਖਰਾਂ ਨੂੰ ਕੰਨਾ ਨਹੀਂ ਲੱਗਦਾ। ਅੱਖਰ ਕੋਈ ਵੀ ਹੋਵੇ, ਜਿਵੇਂ ਆਕਾਸ਼, ਆਕਾਰ, ਦਤਾਰ, ਵਪਾਰ, ਇਹਨੂੰ ਪਹਿਲੇ 2 ਅੱਖਰਾਂ ਨੂੰ ਕੰਨੇ ਕਦੇ ਨਹੀਂ ਲੱਗਦੇ, ਅੱਖਰ ਕੋਈ ਵੀ ਚਾਹੇ ਹੋਵੇ। ਇਹ ਜ਼ਰਾ ਧਿਆਨ ਰੱਖਣਾ, ਬੱਚਿਆਂ ਨੇ ਖਾਸ ਕਰਕੇ ਧਿਆਨ ਰੱਖਣਾ। ਤੇ ਜੇ ਅੱਖਰ ਹਿੰਦੀ ਦੇ ਵਿੱਚ ਲਿਖਣਾ ਹੋਵੇ, ਪੇਪਰ ਹਿੰਦੀ ਦਾ ਹੋਵੇ, ਤਾਂ ਫਿਰ ਅਸੀਂ ਪਹਿਲੇ 2 ਅੱਖਰਾਂ ਨੂੰ ਕੰਨਾ ਲਾ ਕੇ ਲਿਖਿਆ ਜਾਂਦਾ, ਜਿਵੇਂ ਆਕਾਰ, ਦਾਤਾਰ, ਵਾਪਾਰ। ਇਸ ਤਰ੍ਹਾਂ ਹਿੰਦੀ ਦੇ ਵਿੱਚ ਪਹਿਲੇ 2 ਅੱਖਰਾਂ ਨੂੰ ਕੰਨੇ ਲੱਗਦੇ ਨੇ ਤੇ ਪੰਜਾਬੀ ਦੇ ਵਿੱਚ ਪਹਿਲੇ 2 ਅੱਖਰਾਂ ਨੂੰ ਕੰਨੇ ਨਹੀਂ ਲੱਗਦੇ। ਇਹ ਵੀ ਸਾਨੂੰ ਬੱਚਿਆਂ ਨੂੰ ਨਿਯਮ ਦਾ ਪਤਾ ਹੋਣਾ ਚਾਹੀਦਾ ਵੀ ਹਿੰਦੀ ਦੇ ਪੇਪਰ ਕਿੱਦਾਂ ਲਿਖਣਾ, ਪੰਜਾਬੀ ਦਾ ਪੇਪਰ ਕਿੱਦਾਂ ਲਿਖਣਾ। ਅਗਲਾ ਪੁਆਇੰਟ ਹੈ ਜੀ, ਜਿਹੜੇ ਨਾਸਕੀ ਅੱਖਰ ਹੁੰਦੇ ਨੇ, ਨਨਾ, ਯਈਆਂ, ਮੰਮਾ, ਨਾਣਾ, ਨੰਨਾ ਤੇ ਮੰਮਾ, 5 ਅੱਖਰ ਨਾਸਕੀ ਅੱਖਰ ਨੇ। ਇਹਨਾਂ ਦਾ ਅਸਰ ਪਹਿਲੀਆਂ ਮਾਤਰਾਂ ਜਾਂ ਇਸ ਤੋਂ ਬਾਅਦ ਵਾਲੀਆਂ ਮਾਤਰਾਂ ਦੇ ਉੱਤੇ ਪੈਂਦਾ ਹੈ ਜੀ। ਜਿਸ ਤਰ੍ਹਾਂ ਅੱਖਰ ਹੈਗਾ ਰਾਮ, ਰਾਰੇ ਨੂੰ ਕੰਨਾ ਮੰਮਾ। ਹੁਣ ਆਪਾਂ ਨੂੰ ਰਾਰੇ ਨੂੰ ਕੰਨਾ ਮੰਮਾ, ਆਪਾਂ ਬੋਲਦੇ ਆ ਰਾਮ, ਰਾਰੇ ਦੇ ਉੱਤੇ ਕੰਨਾ ਲਾ ਕੇ ਆਪਾਂ ਉੱਤੇ ਬਿੰਦੀ ਲਾ ਕੇ ਉਚਾਰਨ ਕਰਦੇ ਆ ਰਾਮ, ਪਰ ਬਿੰਦੀ ਲਾਉਣੀ ਨਹੀਂ। ਕਿਉਂ ਨਹੀਂ ਲਾਉਣੀ? ਕਿਉਂਕਿ ਜਿਹੜਾ ਮੰਮਾ ਨਾਸਕੀ ਅੱਖਰ ਹੈ, ਉਹਦਾ ਅਸਰ ਕੰਨੇ ਦੇ ਉੱਤੇ ਪੈ ਗਿਆ। ਉਹਦੀ ਜਿਹੜੀ ਨਾਸਕੀ ਆਵਾਜ਼ ਆ, ਉਹ ਕੰਨੇ ਦੇ ਉੱਤੇ ਬਿੰਦੀ ਲਾ ਕੇ ਰਾਮ ਬੋਲਿਆ, ਰਾਮ ਜਾਏਗਾ। ਲਿਖਣਾ ਰਾਰੇ ਨੂੰ ਕੰਨਾ ਮੰਮਾ ਰਾਮ। ਜੇ ਸਿਰ ਤੇ ਅਸੀਂ ਪੰਜਾਬੀ ਦਾ ਪੇਪਰ ਦੇ ਰਹੇ ਹਾਂ ਤੇ ਜੇ ਰਾਰੇ ਦੇ ਕੰਨੇ ਦੇ ਉੱਤੇ ਬਿੰਦੀ ਲਾ ਕੇ ਉਹਦਾ ਉਚਾਰਨ ਲਿਖਾਂਗੇ ਤਾਂ ਅੱਧਾ ਨੰਬਰ ਕੱਟਿਆ ਜਾਏਗਾ। ਕੋਈ ਵੀ ਅੱਖਰ ਹੋਵੇ, 5 ਅੱਖਰ ਹੈਗੇ ਨੇ ਇਹ ਨਾਸਕੀ ਅੱਖਰ, ਉਹਨਾਂ ਦਾ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਉਹਦਾ ਅਸਰ ਪੈਂਦਾ। ਇਸ ਤਰ੍ਹਾਂ ਇਹ ਸ਼ਬਦ ਹੈਗੇ ਨੇ, ਮੈਂ ਹੋਰ ਦੱਸਣ ਲੱਗਿਆ ਹੁਣ। ਜਿਵੇਂ ਨਾਮ, ਤੁਹਾਡਾ ਨਾਮ ਕੀ ਹੈ, ਉੱਤੇ ਨੰਨੇ ਨੂੰ ਕੰਨੇ ਦੇ ਉੱਤੇ ਬਿੰਦੀ ਬੋਲੀ ਜਾਂਦੀ ਹੈ ਲੇਕਿਨ ਲਿਖਣੀ ਨਹੀਂ। ਬਾਣੀ, ਬਾਣੀ, ਨਾਣੇ ਦਾ ਅਸਰ ਬੱਬੇ ਦੇ ਕੰਨੇ ਦੇ ਉੱਤੇ ਪੈ ਗਿਆ, ਉਹ ਬੱਬੇ ਦੇ ਕੰਨੇ ਦੇ ਉੱਪਰ ਬਿੰਦੀ ਲਾ ਕੇ ਬਾਣੀ ਉਚਾਰਨ ਕਰਨਾ, ਲੇਕਿਨ ਜੇ ਬਿੰਦੀ ਲਾਓਗੇ ਤਾਂ ਨੰਬਰ ਕੱਟਿਆ ਜਾਏਗਾ, ਬਿੰਦੀ ਨਹੀਂ ਲਾਣੀ। ਇਸ ਤਰ੍ਹਾਂ ਮੰਨਿਆ ਜੀ, ਸੁਣਿਆ, ਸੁਣਿਆ ਨਹੀਂ ਬੋਲਣਾ। ਇਸ ਜਿਹੜਾ ਨਾਣਾ ਹੈਗਾ, ਉਹ ਆੜੇ ਨੂੰ ਕੰਨਾ ਬਾਅਦ ਦੇ ਵਿੱਚ ਆਇਆ, ਉਹ ਬਾਅਦ ਵਾਲੇ ਅੱਖਰ ਦੇ ਉੱਤੇ ਇਹਦਾ ਅਸਰ ਪਿਆ। ਸੁਣਿਆ, ਸੁਣਿਆ ਨਹੀਂ ਕਹਿਣਾ, ਸੁਣਿਆ, ਮੰਨਿਆ ਹੈ ਜੀ। ਇਵੇਂ ਕਿ ਸੁਣਿਆ, ਮੰਨਿਆ, ਇਹ ਮਤਲਬ ਬਿੰਦੀ ਲਾਣੀ ਨਹੀਂ, ਲੇਕਿਨ ਉਚਾਰਨ ਦੇ ਵਿੱਚ ਬਿੰਦੀ ਆਏਗੀ ਜੀ। ਇਸ ਤਰ੍ਹਾਂ ਹਾਣੀ, ਇਹਨੂੰ ਹਾਣੀ ਬੋਲਣਾ, ਹਾਹੇ ਨੂੰ ਕੰਨਾ ਲਾ ਕੇ ਉੱਤੇ ਬਿੰਦੀ ਲਾ ਕੇ ਬੋਲਣਾ, ਲੇਕਿਨ ਲਿਖਣੀ ਨਹੀਂ ਹੈਗੀ। ਇਹ ਹੈਗਾ ਨਿਯਮ ਅਗਲਾ। ਇਸ ਤੋਂ ਜਿਹੜਾ ਨੈਕਸਟ ਨਿਯਮ ਹੈਗਾ, ਜੇ ਟਿੱਪੀ ਤੋਂ ਬਾਅਦ ਕੋਈ ਨਾਸਕੀ ਅੱਖਰ ਆ ਜਾਵੇ ਹੈ ਜੀ,
ਤਾਂ ਉਹ ਟਿੱਪੀ ਨਹੀਂ ਪੜ੍ਹੀ ਜਾਂਦੀ, ਉਹ ਅਧਕ ਪੜ੍ਹੀ ਜਾਂਦੀ ਹੈ। ਜਿਸ ਤਰ੍ਹਾਂ ਕੰਮ, ਕੱਕੇ ਉੱਪਰ ਟਿੱਪੀ ਮਮਾ। ਹੁਣ ਇਹਨੂੰ ਨਾ ਇਹਨੂੰ ਆਪਾਂ ਨਾਸਕੀ ਉਚਾਰਨ ਨਹੀਂ ਕਰ ਸਕਦੇ ਹੈਗੇ। ਉਦਾਂ ਵੈਸੇ ਮਮਾ ਹੈਗਾ, ਨਾਸਕੀ ਉਚਾਰਨ ਹੋਏ ਜਾਏਗਾ ਕੰਮ। ਇਹ ਲਿਖਣ ਅਧਕ ਦੀ ਆਵਾਜ਼ ਆਏਗੀ। ਲਿਖਣੀ ਟਿੱਪੀ ਹੈ ਤੇ ਬੋਲਣੀ ਅਧਕ ਹੈ, ਕੰਮ। ਕਿਉਂਕਿ ਟਿੱਪੀ ਤੋਂ ਬਾਅਦ ਮਮਾ ਆ ਗਿਆ। 5 ਅੱਖਰ ਹੈਗੇ ਨੇ ਨਾਸਕੀ, ਨੰਨਾ, ਯਈਆਂ, ਨਾਣਾ, ਨੰਨਾ ਤੇ ਮਮਾ। ਅਗਰ ਇਹਨਾਂ ਅੱਖਰਾਂ ਤੋਂ ਪਹਿਲਾਂ ਟਿੱਪੀ ਆ ਜਾਵੇ ਤਾਂ ਉਹ ਟਿੱਪੀ ਨਹੀਂ ਬੋਲਣੀ, ਅਧਕ ਬੋਲਣੀ ਆ। ਇਹ ਇੱਕ ਪੰਜਾਬੀ ਦਾ ਨਿਯਮ ਹੈ। ਇਹੀ ਸਾਨੂੰ ਗੁਰਬਾਣੀ ਤੇ ਨਿਯਮ ਲਾਗੂ ਹੁੰਦਾ ਵੀ ਇਹਨਾਂ ਅੱਖਰਾਂ ਨੂੰ ਉਚਾਰਨ ਕਿੱਦਾਂ ਕਰਨਾ। ਜਿਸ ਤਰ੍ਹਾਂ ਸੰਨ, ਧਨ, ਧਨ ਧਨ ਰਾਮਦਾਸ ਗੁਰ, ਉਸੇ ਧੱਦਾ ਦੇ ਉੱਤੇ ਟਿੱਪੀ ਨੰਨਾ ਲਿਆ ਧਨ, ਉੱਥੇ ਟਿੱਪੀ ਦਾ ਉਚਾਰਨ ਹੋਏਗਾ ਜੀ। ਅਗਲਾ ਪੁਆਇੰਟ ਹੈ ਜੀ ਕੁਝ ਅੱਖਰਾਂ ਨੂੰ ਕਨੌੜਾ ਲੱਗਿਆ ਹੁੰਦਾ, ਜਿਵੇਂ ਫੌਜੀ, ਫੱਫੇ ਨੂੰ ਕਨੌੜਾ, ਜੱਜੇ ਨੂੰ ਬਿਹਾਰੀ, ਫੌਜੀ, ਫੌਜੀ। ਤੇ ਗੁਰਬਾਣੀ ਦੇ ਵਿੱਚ ਨਾ ਕਈ ਵਾਰੀ ਫੱਫਾ ਨੂੰ ਕੰਨਾ, ਊੜੇ ਨੂੰ ਔਂਕੜ, ਜੱਜੇ ਨੂੰ ਬਿਹਾਰੀ, ਫੌਜੀ ਊੜੇ ਨਾਲ ਲਿਖਿਆ ਹੁੰਦਾ। ਇਹ ਪੁਰਾਣੀ ਬੋਲੀ ਵਿੱਚ ਇਦਾਂ ਹੀ ਲਿਖਿਆ ਜਾਂਦਾ ਸੀ। ਪੁਰਾਣੀ ਬੋਲੀ ਦੇ ਵਿੱਚ ਦੋਨੇ ਤਰੀਕਿਆਂ ਨਾਲ ਲਿਖਿਆ ਜਾਂਦਾ ਸੀ। ਕਨੌੜੇ ਨਾਲ ਵੀ ਲਿਖਿਆ ਜਾਂਦਾ ਸੀ ਤੇ ਊੜੇ ਨਾਲ, ਊੜੇ ਨੂੰ ਔਂਕੜ ਪਾ ਕੇ ਵੀ ਲਿਖਿਆ ਜਾਂਦਾ ਸੀ। ਪਰ ਅੱਜ ਕੱਲ੍ਹ ਦੀ ਜਿਹੜੀ ਬੋਲੀ ਹੈ, ਜਿਹੜੇ ਸ਼ਬਦ ਨੌ ਹੋਣ, ਨਾਉਨ ਸੰਗਿਆ ਹੋਣ, ਉਹਨਾਂ ਦੇ ਜੇ ਅਸੀਂ ਕਨੌੜਾ ਬੋਲਣਾ ਤਾਂ ਉਸੇ ਕਨੌੜਾ ਲਿਖਿਆ ਜਾਏਗਾ। ਹਾਂਜੀ, ਆਵਾਜ਼ ਦੋਹਾਂ ਦੀ ਬਰਾਬਰ ਹੈ। ਚਾਹੇ ਊੜਾ ਪਾਓ, ਚਾਹੇ ਪਹਿਲੇ ਅੱਖਰ ਨੂੰ ਕਨੌੜਾ ਪਾਓ, ਆਵਾਜ਼ ਦੋਹਾਂ ਦੀ ਬਰਾਬਰ ਹੈ। ਲੇਕਿਨ ਜਿਹੜੇ ਅੱਖਰ ਨਾਉਨ ਹੈਗੇ ਨੇ, ਉਹਨਾਂ ਦੇ ਨਾਲ ਨਾ ਅੱਜ ਕੱਲ੍ਹ ਜਿਹੜੀ ਪੰਜਾਬੀ ਦਾ ਅਸੀਂ ਪੇਪਰ ਦੇਣਾ ਜਦੋਂ, ਉਦੋਂ ਕਨੌੜਾ ਪਾਉਣਾ। ਐਗਜ਼ਾਮਪਲ ਦੇ ਤੌਰ ਦੇ ਉੱਤੇ ਫੌਜੀ, ਜੇ ਆਪਾਂ ਨੂੰ ਫੱਫਾ ਊੜੇ ਨੂੰ ਔਂਕੜ, ਜੱਜੇ ਨੂੰ ਬਿਹਾਰੀ ਲਿਖਾਂਗੇ ਤਾਂ ਨੰਬਰ ਕੱਟਿਆ ਜਾਏਗਾ। ਕਿਉਂ? ਕਿਉਂਕਿ ਨਾਉਨ ਹੈ। ਇਸ ਕਰਕੇ ਇਹਨੂੰ ਫੱਫੇ ਨੂੰ ਕਨੌੜਾ, ਜੱਜੇ ਨੂੰ ਬਿਹਾਰੀ, ਫੌਜੀ। ਪੌਣ, ਪੌਣ ਮੈਨੇ ਹਵਾ। ਗੁਰਬਾਣੀ ਵਿੱਚ ਪੱਪਾ ਊੜੇ ਨੂੰ ਔਂਕੜ ਨਾਣਾ ਪਾ ਲਿਖਿਆ ਹੋਇਆ। ਇਹ ਪੁਰਾਣੀ ਅੱਜ ਕੱਲ੍ਹ ਦੀ, ਮੈਂ ਜਿਹੜੀ ਅੱਜ ਕੱਲ੍ਹ ਦੀ ਬੋਲੀ ਕਰ ਰਿਹਾ, ਮੈਂ ਉਹਦੀ ਗੱਲ ਕਰ ਰਿਹਾ। ਮੈਂ ਸਕੂਲ ਦੀ ਵਿਦਿਆ ਦੀ ਗੱਲ ਕਰ ਰਿਹਾ। ਹੁਣ ਜੇ ਪੌਣ ਹੈਗਾ, ਅੱਜ ਕੱਲ੍ਹ ਦੀ ਬੋਲੀ ਦੇ ਵਿੱਚ, ਪੰਜਾਬੀ ਬੋਲੀ ਦੇ ਵਿੱਚ ਪੱਪੇ ਨੂੰ ਕਨੌੜਾ, ਨਾਣਾ, ਪੌਣ। ਜੇ ਅਸੀਂ ਪੱਪਾ ਊੜੇ ਨੂੰ ਔਂਕੜ ਨਾਣਾ ਪਾਵਾਂਗੇ ਤਾਂ ਸਾਡਾ ਨੰਬਰ ਕੱਟਿਆ ਜਾਏਗਾ ਜੀ। ਇਸੇ ਤਰ੍ਹਾਂ ਔਗਣ, ਇਹਨੂੰ ਆੜੇ ਨੂੰ ਕਨੌੜਾ, ਗੱਗਾ, ਨਾਣਾ, ਔਗਣ ਹੈ ਜੀ। ਮੌਜ, ਮੌਜ, ਮਮੇ ਨੂੰ ਕਨੌੜਾ, ਜੱਜਾ, ਮੌਜ। ਕਿਉਂਕਿ ਸਾਰੇ ਅੱਖਰ ਨਾਉਨ ਨੇ, ਇਸ ਕਰਕੇ ਇਹ ਕਨੌੜੇ ਨਾਲ ਲਿਖੇ ਜਾਣਗੇ। ਜੇਕਰ ਇਹ ਅੱਖਰ ਕਿਰਿਆ ਹੋਣ, ਵਰਬ ਹੋਣ ਹੈ ਜੀ, ਤਾਂ ਇਹ ਊੜੇ ਨਾਲ ਲਿਖੇ ਜਾਣਗੇ। ਇਹ ਅੰਤਰ ਹੈ ਜੀ। ਜਿੱਦਾਂ ਹਸਾਉਣਾ, ਹੁਣ ਗੁਰਬਾਣੀ ਵਿੱਚ ਹਸਾਉਣਾ, ਸੱਸੇ ਨੂੰ ਕਨੌੜਾ ਵੀ ਲੱਗਿਆ ਹੋਏਗਾ ਹੈ ਜੀ। ਪਰ ਅੱਜ ਕੱਲ੍ਹ ਦੀ ਬੋਲੀ ਦੇ ਵਿੱਚ ਹਾੜਾ, ਹਾ ਸੱਸੇ ਨੂੰ ਕੰਨਾ, ਊੜੇ ਨੂੰ ਔਂਕੜ, ਨਾਣੇ ਨੂੰ ਕੰਨਾ, ਹਸਾਉਣਾ, ਇਹ ਊੜੇ ਨਾਲ ਲਿਖਿਆ ਜਾਏਗਾ। ਨਹਾਉਣਾ, ਨੰਨੇ ਨੂੰ ਕੰਨਾ, ਊੜੇ ਨੂੰ ਔਂਕੜ, ਨਾਣੇ ਨੂੰ ਕੰਨਾ, ਨਹਾਉਣਾ। ਜਗਾਉਣਾ, ਜੇ ਅਸੀਂ ਜੱਜਾ, ਗੱਗੇ ਨੂੰ ਕਨੌੜਾ, ਨਾਣੇ ਨੂੰ ਕੰਨਾ ਪਾਵਾਂਗੇ ਤਾਂ ਨੰਬਰ ਕੱਟਿਆ ਜਾਏਗਾ। ਮੈਂ ਇਸੇ ਕਰਕੇ ਕਹਿ ਰਿਹਾ, ਆਪਣੇ ਬੱਚਿਆਂ ਨੂੰ ਇਹਨਾਂ ਕਲਾਸਾਂ ਦੇ ਵਿੱਚ ਜ਼ਰੂਰ ਅਟੈਂਡ ਕਰਵਾਵੋ। 3-4 ਕਲਾਸਾਂ ਇਹੀਆਂ ਹੈਗੀਆਂ ਨੇ ਜਿਹੜੀਆਂ ਸਿਰਫ ਬੱਚਿਆਂ ਵਾਸਤੇ ਵੀ ਨੇ, ਸਾਡੇ ਵਾਸਤੇ ਵੀ ਨੇ। ਇਸ ਲਈ ਆਪਣੇ ਬੱਚਿਆਂ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਸਿਖਾਉਣ ਵਾਸਤੇ ਜ਼ਰੂਰ ਪ੍ਰੇਰਨਾ ਕਰੋ ਵੀ ਇਹ ਕਲਾਸਾਂ ਘੱਟ ਤੋਂ ਘੱਟ 3-4 ਕਲਾਸਾਂ ਸ਼ੁੱਕਰਵਾਰ ਦੀਆਂ ਜ਼ਰੂਰ ਅਟੈਂਡ ਕਰਨ, ਤਾਂ ਕਿ ਸਾਨੂੰ ਸ਼ੁੱਧ ਪੰਜਾਬੀ ਦੇ ਨਿਯਮਾਂ ਦਾ ਪਤਾ ਲੱਗ ਸਕੇ। ਹੁਣ ਇਸ ਤਰ੍ਹਾਂ ਜਗਾਉਣਾ, ਜੇ ਅਸੀਂ ਜੱਜਾ, ਗੱਗੇ ਨੂੰ ਕਨੌੜਾ ਪਾ ਕੇ ਨਾਣੇ ਨੂੰ ਕੰਨਾ ਪਾਵਾਂਗੇ, ਜਗਾਉਣਾ, ਤੇ ਜੇ ਇਹ ਗਲਤ ਹੋ ਜਾਏਗਾ, ਨੰਬਰ ਦਾ ਕੱਟਿਆ ਜਾਏਗਾ। ਇਹ ਲਿਖਣਾ ਜੱਜਾ, ਗੱਗੇ ਨੂੰ ਕੰਨਾ, ਊੜੇ ਨੂੰ ਔਂਕੜ, ਨਾਣੇ ਨੂੰ ਕੰਨਾ, ਜਗਾਉਣਾ। ਗਾਉਣਾ, ਗੱਗੇ ਨੂੰ ਕੰਨਾ, ਊੜੇ ਨੂੰ ਔਂਕੜ, ਨਾਣੇ ਨੂੰ ਕੰਨਾ, ਗਾਉਣਾ। ਜੇ ਇਹ ਠੀਕ ਹੈ, ਜੇ ਗੱਗੇ ਨੂੰ ਕਨੌੜਾ ਪਾ ਕੇ ਨਾਣੇ ਨੂੰ ਕੰਨਾ ਪਾਵਾਂਗੇ ਫਿਰ ਗਲਤ ਹੋ ਜਾਏਗਾ। ਇਹਦਾ ਨਿਯਮ ਹੈ, ਸਾਨੂੰ ਨਿਯਮ ਦਾ ਪਤਾ ਹੋਣਾ ਚਾਹੀਦਾ। ਇਹ ਐਗਜ਼ਾਮਪਲਾਂ ਨੇ। ਅੱਖਰ ਕੋਈ ਵੀ ਹੋਣ, ਜੇ ਕਿਰਿਆ ਹੈ ਤਾਂ ਊੜੇ ਨਾਲ ਲਿਖਿਆ ਜਾਊ, ਜੇ ਨਾਉਨ ਹੈ ਤਾਂ ਪਹਿਲੇ ਅੱਖਰ ਨੂੰ ਕਨੌੜੇ ਨਾਲ ਲਿਖਿਆ ਜਾਊ।
ਇਹ ਸਾਨੂੰ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ, ਸਾਨੂੰ ਵੀ ਸਮਝਣਾ ਜ਼ਰੂਰੀ ਹੈ। ਅਗਲਾ ਅੱਖਰ ਹੈ ਜੀ ਪੰਜਾਬੀ ਤੇ ਹਿੰਦੀ ਬੋਲੀ ਦੇ ਬੋਲਣ ਵਿੱਚ ਬੜਾ ਫਰਕ ਹੈ। ਜਿਵੇਂ ਆਪਾਂ ਕਹਿੰਦੇ ਨੱਕ, ਉਥੇ ਨਾਕ ਕਹਿੰਦੇ ਆ, ਆਪਾਂ ਕਹਿੰਦੇ ਅੱਖ, ਉਥੇ ਆਖ ਕਹਿ ਦਿੰਦੇ ਆ, ਇਦਾਂ ਲੱਤ ਆਪਾਂ ਉਥੇ ਲਾਤ ਕਹਿੰਦੇ ਆ। ਇਸ ਤਰ੍ਹਾਂ ਫਰਕ ਹੈ। ਹੱਥ ਹਾਥ ਕਹਿ ਦਿੰਦੇ ਆ, ਇਹ ਬੜਾ ਫਰਕ ਹੈ। ਤੇ ਜਿਹੜੀ ਬੋਲੀ ਹੈਗੀ ਹੈ ਅਸੀਂ ਉਸੇ ਬੋਲੀ ਦੇ ਅੱਖਰ ਲਿਖਣੇ ਨੇ, ਨਾ ਕਿ ਅਸੀਂ ਹਿੰਦੀ ਲਿਖੀਏ ਤੇ ਅੱਖਰ ਪੰਜਾਬੀ ਦੇ ਬਾੜ ਦਈਏ, ਫਿਰ ਸਾਡੇ ਨੰਬਰ ਕੱਟੇ ਜਾਣਗੇ। ਬੱਚਿਆਂ ਨੂੰ ਇਹ ਸਮਝਾਉਣਾ ਵੀ ਜਿਹੜੀ ਬੋਲੀ ਆ ਉਹੀ ਬੋਲੀ ਦੇ ਮੁਤਾਬਕ ਸਾਨੂੰ ਅੱਖਰ ਲਿਖਣੇ ਚਾਹੀਦੇ ਨੇ। ਹੁਣ ਮੈਂ ਕੁਝ ਐਗਜ਼ਾਮਪਲਾਂ ਦੇਣ ਲੱਗਿਆ, ਬੜਿਆ ਧਿਆਨ ਨਾਲ ਸੁਣਨੀਆਂ ਪੈਣਗੀਆਂ। ਅਸੀਂ ਆਮ ਵੱਡੇ ਗਲਤੀਆਂ ਕਰੀ ਜਾ ਰਹੇ ਹਾਂ। ਆਰਥਿਕ, ਆੜੇ ਨੂੰ ਕੰਨਾ ਰਾਰਾ, ਥੱਥੇ ਨੂੰ ਸਿਹਾਰੀ ਕੱਕਾ, ਆਰਥਿਕ। ਇਹ ਨਾ ਅੱਖਰ ਹਿੰਦੀ ਦਾ, ਜੇ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਇਦਾਂ ਲਿਖਾਂਗੇ ਤਾਂ ਸਾਡਾ ਨੰਬਰ ਕੱਟਿਆ ਜਾਏਗਾ। ਪੰਜਾਬੀ ਦੇ ਵਿੱਚ ਆਰਥਿਕ ਨਹੀਂ ਹੁੰਦਾ, ਆਰਥਕ ਹੁੰਦਾ, ਥੱਥਾ ਮੁਕਤਾ ਹੁੰਦਾ। ਆੜੇ ਨੂੰ ਕੰਨਾ ਰਾਰਾ, ਥੱਥਾ ਕੱਕਾ, ਆਰਥਕ ਹੁੰਦਾ, ਆਰਥਿਕ ਨਹੀਂ ਹੁੰਦਾ। ਜੇ ਹਿੰਦੀ ਲਿਖਣੀ ਹੈ ਤਾਂ ਆਰਥਿਕ ਲਿਖੋ, ਜੇ ਪੰਜਾਬੀ ਲਿਖਣੀ ਹੈ ਤਾਂ ਆਰਥਕ ਲਿਖੋ। ਧਾਰਮਿਕ, ਧੱਦੇ ਨੂੰ ਕੰਨਾ ਰਾਰਾ, ਮੰਮੇ ਨੂੰ ਸਿਹਾਰੀ ਕੱਕਾ, ਧਾਰਮਿਕ। ਇਹ ਹਿੰਦੀ ਦਾ ਅੱਖਰ ਹੈ। ਜੇ ਹਿੰਦੀ ਲਿਖਣੀ ਹੈ ਤਾਂ ਇਦਾਂ ਲਿਖੋ। ਅੱਖਰ ਹਿੰਦੀ ਦੇ ਲਿਖਣੇ ਨੇ, ਮਤਲਬ ਮੈਂ ਮਾਤਰਾ ਦੀ ਗੱਲ ਕਰ ਰਿਹਾ ਵੀ ਇਦਾਂ। ਧਾਰਮਿਕ ਹਿੰਦੀ ਦਾ ਅੱਖਰ ਹੈ, ਧਾਰਮਿਕ ਮਮਾ ਕੱਕਾ, ਮਮਾ ਮੁਕਤਾ ਕੱਕਾ ਮੁਕਤਾ, ਇਹ ਪੰਜਾਬੀ ਦਾ ਅੱਖਰ ਹੈ। ਇਸ ਤਰ੍ਹਾਂ ਪਰਿਪੱਕ, ਰਾਰੇ ਨੂੰ ਪੱਪਾ, ਰਾਰੇ ਨੂੰ ਸਿਹਾਰੀ, ਪਰਪੱਕ, ਇਹ ਹਿੰਦੀ ਦਾ ਅੱਖਰ ਹੈ ਤੇ ਪੰਜਾਬੀ 'ਚ ਲਿਖਣਾ ਪਰਪੱਕ, ਪੱਪਾ ਰਾਰਾ, ਪੱਪੇ ਦੇ ਉੱਤੇ ਹਰ ਕੱਕਾ, ਪਰਪੱਕ ਜੀ। ਪਰਿਫੁੱਲਤ, ਇਹ ਹਿੰਦੀ ਦਾ ਅੱਖਰ ਹੈ, ਪਰਫੁੱਲਤ ਪੰਜਾਬੀ ਦਾ ਅੱਖਰ ਹੈ। ਆਤਮਿਕ, ਆਤਮਿਕ, ਇਹ ਹਿੰਦੀ ਦਾ ਅੱਖਰ ਹੈ। ਆਤਮਿਕ ਤੇ ਕਿੱਦਾਂ ਲਿਖਣਾ? ਆੜੇ ਨੂੰ ਕੰਨਾ ਤੱਤਾ, ਮੰਮੇ ਨੂੰ ਸਿਹਾਰੀ ਕੱਕਾ, ਆਤਮਿਕ ਜੀ। ਜੇ ਪੰਜਾਬੀ 'ਚ ਲਿਖਣਾ ਤਾਂ ਆਤਮਕ, ਆੜੇ ਨੂੰ ਕੰਨਾ ਤੱਤਾ ਮੰਮਾ ਕੱਕਾ, ਆਤਮਕ। ਇਸ ਤਰ੍ਹਾਂ ਰਾਜਨੀਤਿਕ, ਇਹ ਹਿੰਦੀ ਦਾ ਅੱਖਰ ਹੈ, ਤੱਤੇ ਨੂੰ ਸਿਹਾਰੀ। ਜੇ ਪੰਜਾਬੀ ਲਿਖਣੀ ਹੈ ਤਾਂ ਰਾਜਨੀਤਕ ਤੱਕ। ਇਤਿਹਾਸਿਕ, ਇਹ ਹਿੰਦੀ ਦਾ ਅੱਖਰ ਹੈ ਤੇ ਜੇ ਪੰਜਾਬੀ ਦਾ ਲਿਖਣਾ ਇਤਿਹਾਸਕ ਲਿਖਾਂਗੇ। ਇਸ ਤਰ੍ਹਾਂ ਸੰਪਾਦਿਕ, ਸੱਸੇ ਉੱਤੇ ਟਿੱਪੀ, ਪੱਪੇ ਨੂੰ ਕੰਨਾ, ਦੱਦੇ ਨੂੰ ਸਿਹਾਰੀ ਕੱਕਾ, ਇਹ ਹਿੰਦੀ ਦਾ ਅੱਖਰ ਹੈ ਤੇ ਜੇ ਪੰਜਾਬੀ ਲਿਖਣੀ ਹੈ ਤਾਂ ਸੰਪਾਦਕ, ਸੱਸੇ ਉੱਤੇ ਟਿੱਪੀ, ਪੱਪੇ ਨੂੰ ਕੰਨਾ, ਦੱਦਾ ਕੱਕਾ। ਇਹ ਫਿਰ ਜੇ ਪੰਜਾਬੀ ਇਦਾਂ ਲਿਖਣੀ ਹੈ, ਹਿੰਦੀ ਇਦਾਂ ਲਿਖਣੀ ਹੈ। ਇਹਨਾਂ ਅੱਖਰਾਂ ਦੀ ਵਜ੍ਹਾ ਕਰਕੇ ਸਾਡੇ ਬੱਚੇ ਗਲਤ ਲਿਖ ਆਉਂਦੇ ਤੇ ਨੰਬਰ ਕੱਟੇ ਜਾਂਦੇ ਨੇ। ਸਾਡਾ ਵਿਚਾਰਾ ਵੀ, ਮੈਂ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਮੇਰੀ ਗੱਲ ਸੁਣ ਕੇ। 2 ਸਾਲ ਹੋ ਗਏ, ਮੈਂ ਇੱਕ ਰਿਜ਼ਲਟ ਦੇਖਿਆ, ਉਹਨਾਂ ਬੱਚਿਆਂ ਦਾ ਰਿਜ਼ਲਟ 100% ਸਹੀ, ਪੂਰੇ ਦੇ ਪੂਰੇ ਨੰਬਰ। 450 ਨੰਬਰ ਦਾ ਪੇਪਰ ਸੀ, 450 ਦੇ 450 ਨੰਬਰ। ਨਾ ਹਿੰਦੀ ਵਿੱਚੋਂ, ਨਾ ਪੰਜਾਬੀ ਵਿੱਚੋਂ, ਨਾ ਸਾਇੰਸ ਵਿੱਚੋਂ, ਨਾ ਹਿਸਾਬ ਵਿੱਚੋਂ, ਨਾ ਅੰਗਰੇਜ਼ੀ ਵਿੱਚੋਂ, ਨਾ ਸੋਸ਼ਲ ਸਟੱਡੀ ਵਿੱਚੋਂ ਅੱਧਾ ਨੰਬਰ ਵੀ ਨਹੀਂ ਕੱਟਿਆ ਗਿਆ। ਤੇ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਖੜੇ ਲਈ ਫਿਰਦੇ ਹਾਂ ਤੇ ਸਾਡੇ ਬੱਚੇ ਕਿੱਥੇ ਨੇ? ਅਸੀਂ ਜਿੱਥੇ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇਣੀ ਹੈ, ਉੱਥੇ ਅਸੀਂ ਦੁਨਿਆਵੀ ਵਿੱਦਿਆ ਦੇ ਵਿੱਚ ਵੀ ਸਾਡੇ ਬੱਚੇ ਮੈਰਿਟ ਵਿੱਚ ਆਉਣ ਘੱਟ ਤੋਂ ਘੱਟ। 90% ਤੋਂ ਘੱਟ ਕਿਸੇ ਦੇ ਨੰਬਰ ਵੀ ਨਾ ਆਉਣ। ਉਹ ਤਦੇ ਆਉਣਗੇ ਜੇ ਅਸੀਂ ਸ਼ੁੱਧ ਪੰਜਾਬੀ ਲਿਖਾਂਗੇ, ਸ਼ੁੱਧ ਅੰਗਰੇਜ਼ੀ ਲਿਖਾਂਗੇ, ਸ਼ੁੱਧ ਹਿੰਦੀ ਲਿਖਾਂਗੇ, ਤਾਂ ਜੋ ਸਾਡੇ ਨੰਬਰ ਆਖਦੇ ਨੇ। ਜਿੰਨਾ ਮਰਜ਼ੀ ਯਾਦ ਕਰ ਲਈਏ, ਜੇ ਸਾਡੀ ਲਿਖਾਈ ਗਲਤ ਹੈ, ਸਾਡੇ ਸਪੈਲਿੰਗ ਗਲਤ ਨੇ, ਤਾਂ ਵਿੱਚੋਂ ਜ਼ਰੂਰ 5-10 ਨੰਬਰ ਜ਼ਰੂਰ ਕੱਟੇ ਜਾਣਗੇ। ਇਸ ਲਈ ਇਹਨਾਂ ਬੇਸਿਕ ਗੱਲਾਂ ਦਾ ਮੈਂ ਬੱਚਿਆਂ ਨੂੰ ਨੌਲੇਜ ਦੇਣ ਲੱਗਿਆ ਵੀ ਇਹ ਗੱਲਾਂ ਬਹੁਤ ਜ਼ਰੂਰੀ ਨੇ। ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਫਿਰ ਸਾਡੀ ਮਿਹਨਤ ਸਫਲ ਹੈ। ਅੱਗੇ ਹੈ ਜੀ ਕੁਐਸਚਨ। ਹੁਣ ਇਸ ਤਰ੍ਹਾਂ ਦੇ ਹੋਰ ਵੀ ਕਈ ਹੈਗੇ ਨੇ, ਜਿਵੇਂ ਕਾਇਦਾ। ਹੁਣ ਕੱਕੇ ਨੂੰ ਦਲਾਵਾਂ, ਦੱਦੇ ਨੂੰ ਕੰਨਾ, ਕਾਇਦਾ, ਇਹ ਗਲਤ ਹੈ। ਇਹਨੂੰ ਕਾਇਦਾ, ਇਹ ਈੜੀ ਨਾਲ ਆਇਆ ਜਾਂਦਾ, ਈੜੀ ਬੁਲਾਉਣੀ ਹੈ। ਕੱਕੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਦੱਦੇ ਨੂੰ ਕੰਨਾ, ਕਾਇਦਾ। ਲੈਕ, ਲੱਲੇ ਨੂੰ ਦਲਾਵਾਂ, ਕੱਕਾ ਲੈਕ, ਇਹ ਗਲਤ ਹੈ ਉਚਾਰਨ। ਲੈਕ, ਲਾਇਕ, ਲੱਲੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਕੱਕਾ ਲਾਇਕ। ਹਮਾਇਤ, ਹਾਹਾ, ਮਮੇ ਨੂੰ ਦਲਾਵਾਂ, ਤੱਤਾ ਹਮਾਇਤ, ਇਹ ਗਲਤ ਹੈ। ਇਹਨੂੰ ਹਮਾਇਤ, ਹਾਹਾ, ਮਮੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਤੱਤਾ ਹਮਾਇਤ। ਇਹਨਾਂ ਗੱਲਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਨੈਕਸਟ ਪੁਆਇੰਟ ਹੈ ਜੀ ਸਾਡਾ ਲਘੂ ਮਾਤਰਾ
ਤੇ ਗੁਰੂ ਮਾਤਰਾ, ਇਹਨਾਂ ਦੇ ਬਾਰੇ ਗੁਰਬਾਣੀ ਨਾਲ ਜ਼ਿਆਦਾ ਲਿੰਕ ਹੈਗਾ, ਰਾਗ ਨਾਲ ਜ਼ਿਆਦਾ ਲਿੰਕ ਹੈਗਾ। ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਹੈ, ਸੁਰ ਤਾਲ ਦੇ ਵਿੱਚ ਹੈ। ਬਿਨਾਂ ਸੁਰ ਤਾਲ ਤੋਂ ਇੱਕ ਵੀ ਪੰਕਤੀ ਨਹੀਂ ਹੈ। ਸਾਡੀ ਸਮਝ ਨਹੀਂ ਹੈ ਹੀ, ਉਹ ਗੱਲ ਵੱਖਰੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹਨਾਂ ਗੱਲਾਂ ਨੂੰ ਅਸੀਂ ਸਮਝੀਏ। ਹੁਣ ਇੱਕ ਵੀਰ ਜੀ ਨੇ ਸਵਾਲ ਕੀਤਾ ਸੀ ਪਿਛਲੀ ਵਾਰੀ ਵੀ ਸੱਸੇ ਨੂੰ ਹੋੜਾ ਤੇ ਸੱਸੇ ਨੂੰ ਔਂਕੜ, ਦੋਹਾਂ 'ਚ ਫਰਕ ਕੀ ਹੈ? ਦੋਹਾਂ ਦਾ ਅਰਥ ਸੇਮ ਹੈ। ਸੱਸੇ ਨੂੰ ਹੋੜਾ ਸੋ, ਸੋਵੇ ਨੇ ਉਹ, ਇੱਕ ਵਚਨ। ਸੱਸੇ ਨੂੰ ਔਂਕੜ ਸੂ, ਉਹ ਵੀ ਇੱਕ ਵਚਨ। ਦੋਹਾਂ ਦਾ ਅਰਥ ਬਿਲਕੁਲ ਸੇਮ ਹੈ, ਪਰ ਇਹ ਕਿੱਥੇ ਵਰਤਿਆ ਜਾਂਦਾ, ਕਿਉਂ ਵਰਤਿਆ ਜਾਂਦਾ, ਕਿਉਂ ਹੋੜਾ ਵਰਤਿਆ ਜਾਂਦਾ, ਕਿਉਂ ਔਂਕੜ ਵਰਤਿਆ ਜਾਂਦਾ, ਇਹਦੇ ਬਾਰੇ ਸਾਨੂੰ ਸਮਝਣ ਦੀ ਲੋੜ ਹੈ। ਇਹਦਾ ਲਿੰਕ ਹੈਗਾ ਲਘੂ ਮਾਤਰਾ ਤੇ ਗੁਰੂ ਮਾਤਰਾ ਨਾਲ। ਲਘੂ ਮਾਤਰਾ ਉਹ ਹੁੰਦੀ ਹੈ ਜਿਹਨੂੰ ਬੋਲਣ ਦੇ ਵਿੱਚ ਥੋੜਾ ਟਾਈਮ ਲੱਗਦਾ। ਗੁਰੂ ਮਾਤਰਾ ਉਹ ਹੁੰਦੀ ਹੈ ਜਿਹਨੂੰ ਬੋਲਣ ਦੇ ਵਿੱਚ ਉਸ ਨਾਲੋਂ ਦੁੱਗਣਾ ਟਾਈਮ ਲੱਗਦਾ। ਜਿਵੇਂ ਆਪਾਂ ਔਂਕੜ ਬੋਲਣਾ, ਇਹ ਕਹਾਂਗੇ ਦੁਕਾਨ, ਦੁਕਾਨ, ਦੂ ਜਲਦੀ ਬੋਲਿਆ ਗਿਆ। ਜੇ ਇਹਨੂੰ ਹੋੜਾ ਬੋਲੀਏ ਫਿਰ ਬਣ ਗਿਆ ਦੁਕਾਨ, ਦੋ ਜੋ ਕਹਾਂਗੇ ਨਾ, ਇਹਨੂੰ ਡਬਲ ਟਾਈਮ ਲੱਗ ਗਿਆ। ਜਿਹਨੂੰ ਡਬਲ ਟਾਈਮ ਲੱਗਦਾ ਉਹਨੂੰ ਗੁਰੂ ਮਾਤਰਾ ਵੀ ਕਹਿੰਦੇ ਨੇ, ਉਹਨੂੰ ਆਪਾਂ ਦੀਰਘ ਮਾਤਰਾ ਵੀ ਕਹਿ ਦਿੰਦੇ ਆ। ਇਸ ਕਰਕੇ ਜਿੱਥੇ ਇੱਕ ਮਾਤਰਾ ਘਟਾਈ ਗਈ ਹੈ ਉੱਥੇ ਔਂਕੜ ਵਾਲਾ ਸੱਸੇ ਨੂੰ ਔਂਕੜ ਬੋਲਣਾ, ਜਿੱਥੇ ਇੱਕ ਮਾਤਰਾ ਵਧਾਈ ਗਈ ਹੋਵੇ ਉੱਥੇ ਸੱਸੇ ਨੂੰ ਹੋੜਾ ਵਰਤਿਆ ਜਾਣਾ। ਅਰਥ ਦੋਹਾਂ ਦਾ ਸੇਮ ਹੈ, ਅਰਥ ਵਿੱਚ ਕੋਈ ਅੰਤਰ ਨਹੀਂ। ਸੋ ਕਿੱਥੇ ਵਰਤਿਆ ਜਾਂਦਾ? ਜਿਸ ਪੰਕਤੀ ਦੇ ਵਿੱਚ ਇੱਕ ਮਾਤਰਾ ਵਧਾਉਣੀ ਹੋਵੇ। ਸੋ ਕਿੱਥੇ ਵਰਤਿਆ ਜਾਂਦਾ? ਜਿੱਥੇ ਇੱਕ ਮਾਤਰਾ ਘਟਾਉਣੀ ਹੋਵੇ। ਬਸ ਹੋਰ ਕੋਈ ਅੰਤਰ ਨਹੀਂ ਹੈਗਾ। ਇਹਨਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਹੁਣ ਕਿਹੜੀਆਂ ਕਿਹੜੀਆਂ ਮਾਤਰਾ ਲਘੂ ਮਾਤਰਾ ਨੇ, ਕਿਹੜੀਆਂ ਕਿਹੜੀਆਂ ਮਾਤਰਾ ਗੁਰੂ ਮਾਤਰਾ ਨੇ। ਲਘੂ ਮਾਤਰਾ ਉਹ ਹੁੰਦੀ ਹੈ ਜਿਹਨੂੰ ਬੋਲਣ ਦੇ ਵਿੱਚ ਥੋੜਾ ਟਾਈਮ ਲੱਗਦਾ। ਗੁਰੂ ਮਾਤਰਾ ਉਹ ਹੁੰਦੀ ਹੈ ਜਿਹਨੂੰ ਬੋਲਣ ਦੇ ਵਿੱਚ ਉਸ ਨਾਲੋਂ ਦੁੱਗਣਾ ਟਾਈਮ ਲੱਗਦਾ। ਹੁਣ ਮੁਕਤਾ ਹੋਵੇ, ਕੋਈ ਅੱਖਰ ਮੁਕਤਾ ਹੋਵੇ, ਉਸ ਨੂੰ ਸਿਹਾਰੀ ਲੱਗੀ ਹੋਵੇ ਜਾਂ ਉਸ ਨੂੰ ਔਂਕੜ ਲੱਗਿਆ ਹੋਵੇ, ਇਹ ਤਿੰਨ ਮਾਤਰਾ ਚੋਂ ਕਿਸੇ ਵੀ ਅੱਖਰ ਨੂੰ, ਕੋਈ ਇਹਨਾਂ ਚੋਂ ਤਿੰਨਾਂ ਚੋਂ ਕੋਈ ਮਾਤਰਾ ਲੱਗੀ ਹੋਵੇ ਤਾਂ ਉਹ ਲਘੂ ਮਾਤਰਾ ਕਹਾਉਂਦੀ ਹੈ, ਉਹ ਜਲਦੀ ਬੋਲੀ ਜਾਂਦੀ ਹੈ। ਹਾਂਜੀ। ਤੇ ਜੇ ਕੰਨਾ ਹੋਵੇ, ਬਿਹਾਰੀ ਹੋਵੇ, ਲਾਂ ਹੋਵੇ, ਦੁਲਾਵਾਂ ਹੋਣ, ਹੋੜਾ ਹੋਵੇ, ਕਨੌੜਾ ਹੋਵੇ, ਦੁਲੈਂਕੜ ਹੋਵੇ, ਇਹ 7 ਮਾਤਰਾ ਹੈਗੀਆਂ ਨੇ। ਇਹਨਾਂ 7 ਮਾਤਰਾ ਚੋਂ ਕੋਈ ਵੀ ਮਾਤਰਾ ਆ ਜਾਵੇ ਤਾਂ ਉਹ ਗੁਰੂ ਮਾਤਰਾ ਹੁੰਦੀ ਆ। ਉਹਨਾਂ ਨੂੰ ਬੋਲਣ ਵਿੱਚ ਜ਼ਿਆਦਾ ਟਾਈਮ ਲੱਗਦਾ। ਹਾਂਜੀ। ਇਸ ਤਰ੍ਹਾਂ ਇਹਨਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਇਹ ਗੁਰਬਾਣੀ ਬਹੁਤ ਜ਼ਰੂਰੀ ਨੇ ਜੀ। ਹੁਣ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਵੀ ਨੰਨਾ ਤੇ ඤ ਅੱਖਰ ਦਾ ਉਚਾਰਨ, ਉਹ ਆਪਣੇ ਅਮਰਪਾਲ ਸਿੰਘ ਜੀ ਯੂਕੇ ਵਾਲਿਆਂ ਦੀ ਵੀਡੀਓ ਮੈਂ ਕੱਲ ਭੇਜੀ ਸੀਗੀ, ਵੀਰ ਹਰਜੀਤ ਸਿੰਘ ਜੀ ਨੂੰ ਭੇਜੀ ਸੀ, ਰਾਜਾ ਸਿੰਘ ਜੀ ਨੂੰ ਭੇਜੀ ਸੀ ਤੇ MP ਸਿੰਘ ਜੀ ਨੂੰ ਭੇਜੀ ਹੈ। ਵੀ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਜਿਹੜੀ ਵੀਡੀਓ ਹੈਗੀ ਹੈ ਉਹ ਸੰਗਤ ਨੂੰ ਦਿਖਾਈ ਜਾਵੇ, ਤਾਂ ਕਿ ਸਾਨੂੰ ਇਹ 2 ਅੱਖਰ ਹੀ ਇਹੋ ਜਿਹੇ ਨੇ, ਇੱਕ ਨੰਨਾ ਤੇ ਇੱਕ ඤ, ਇਹਨਾਂ ਨੂੰ ਬੋਲਣ ਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ। ਕਿਉਂਕਿ ਅੱਜ ਕੱਲ੍ਹ ਇਹ ਅੱਖਰ ਬੋਲੇ ਨਹੀਂ ਜਾਂਦੇ ਹੈਗੇ। ਤੇ ਉਹ ਜਿਹੜੀ ਵੀਡੀਓ ਹੈਗੀ ਆ ਉਹ ਸੰਗਤਾਂ ਨੂੰ ਦਿਖਾਈ ਜਾਵੇ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਨੰਨਾ ਅੱਖਰ ਦਾ ਉਚਾਰਨ ਕਿੱਦਾਂ ਕਰਨਾ ਤੇ ඤ ਅੱਖਰ ਦਾ ਉਚਾਰਨ ਕਿੱਦਾਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਗਲਤੀ ਹੋਵੇ ਜੀ ਮਾਫ ਕਰਨਾ। ਹਾਂਜੀ, ਇੱਕ ਮੈਂ ਬੇਨਤੀ ਹੋਰ ਕਰਨੀ ਹੈ ਜੀ। ਅਗਲੀ ਵਾਰੀ ਸ਼ੁੱਕਰਵਾਰ ਨੂੰ ਫਿਰ ਕਲਾਸ ਹੈਗੀ ਹੈ। ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ, ਜਿਹੜੇ ਬੱਚੇ ਸਾਡੇ ਬਹੁਤ ਹੁਸ਼ਿਆਰ ਨੇ, ਸੈਂਟਰ ਸਕੂਲਾਂ 'ਚ ਪੜ੍ਹਦੇ ਨੇ, ਪਬਲਿਕ ਸਕੂਲਾਂ 'ਚ ਪੜ੍ਹਦੇ ਨੇ, ਬਾਹਰਲੇ ਦੇਸ਼ਾਂ ਵਿੱਚ ਪੜ੍ਹਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ 67 ਕਿੰਨਾ ਹੁੰਦਾ, 87 ਕਿੰਨਾ ਹੁੰਦਾ, 29 ਕਿੰਨਾ ਹੁੰਦਾ, 39 ਕਿੰਨਾ ਹੁੰਦਾ, 59 ਕਿੰਨਾ ਹੁੰਦਾ। ਜੇ ਉਹ ਬਾਜ਼ਾਰ 'ਚ ਸੌਦਾ ਲੈਣ ਜਾਣ ਤੇ ਉਹ ਭਈਏ ਨੂੰ ਕਹਿਣ, ਭਈਆ ਕਹਿੰਦਾ ਜੀ 67 ਰੁਪਏ ਦੇ ਦਿਓ। ਉਹ ਕਹਿੰਦਾ ਜੀ ਤੂੰ ਅੰਗਰੇਜ਼ੀ 'ਚ ਬੋਲ, ਮੈਨੂੰ ਸਮਝ ਨਹੀਂ ਆ ਰਹੀ ਵੀ 67 ਰੁਪਏ ਕਿੰਨੇ ਹੁੰਦੇ ਨੇ। ਉਹ ਭਈਆ ਫਿਰ ਜਵਾਬ ਦਿੰਦਾ ਜੀ ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ, ਮੈਨੂੰ ਤਾਂ ਪੰਜਾਬੀ ਆਉਂਦੀ ਹੈ ਤੇ ਮੈਨੂੰ 67 ਰੁਪਏ। ਸਾਡੇ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਵੀ 100 ਚੋਂ ਕਿੰਨੇ ਪੈਸੇ ਨੂੰ ਦੇਣੇ ਨੇ, ਕਿੰਨੇ ਬਾਕੀ ਮੁੜਨਗੇ। ਜਿੰਨੇ ਉਹਨੇ ਦੇਤੇ ਚੁੱਪ ਕਰਕੇ ਘਰ ਨੂੰ ਲੈ ਕੇ ਆ ਗਿਆ। ਜੇ ਬੋਲਦਾ ਤਾਂ ਆਪਦੀ ਬੇਇੱਜ਼ਤੀ ਹੁੰਦੀ ਹੈ। ਅਸੀਂ ਪੰਜਾਬੀ ਹੋਣ ਕਰਕੇ ਸਾਨੂੰ ਪੰਜਾਬੀ ਦੀ ਸਮਝ ਨਹੀਂ ਆ ਰਹੀ ਵੀ ਸਾਨੂੰ ਪੰਜਾਬੀ ਬੋਲਣੀ ਕਿੱਦਾਂ, ਸਮਝਣੀ ਕਿੱਦਾਂ ਹੈਗੀ ਆ। ਸਾਨੂੰ ਇਹ ਵੀ ਨਹੀਂ ਪਤਾ ਹੈਗਾ। ਮੈਂ ਇੱਕ ਚਾਰਟ ਬਣਾਇਆ ਹੈਗਾ 1 ਤੋਂ ਲੈ ਕੇ 100 ਤੱਕ ਗਿਣਤੀ ਦਾ। ਉਹ ਅਗਲੀ ਵਾਰੀ
ਮੈਂ ਉਹ ਮੈਂ ਪਰਮਾਤਮਾ ਨੇ ਮੇਰੇ ਦਿਮਾਗ ਦੇ ਵਿੱਚ ਪਾਤਾ ਵੀ ਇਹਦੀ ਰਚਨਾ ਕਿੱਦਾਂ ਹੋਈ ਹੈ, ਸ਼ਬਦਾਂ ਅੱਖਰਾਂ ਦੀ ਰਚਨਾ ਕਿੱਦਾਂ ਹੋਈ ਹੈ, ਬਣਾਵਟ ਕਿੱਦਾਂ ਬਣਾਏ ਗਏ ਨੇ ਸ਼ਬਦ ਇਹ। ਵੀ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਵੀ ਕੋਈ ਵੀ ਅੱਖਰ ਹੋਵੇ, ਸ਼ਬਦ ਹੋਵੇ ਮੈਂ ਗਿਣਤੀ ਦਾ, ਉਹਨੂੰ ਸ਼ੁਰੂ ਕਿੱਦਾਂ ਕਰਨਾ, ਐਂਡ ਕਿੱਦਾਂ ਕਰਨਾ, ਸ਼ੁਰੂ ਦੀ ਆਵਾਜ਼ ਕਿੱਦਾਂ ਆਏਗੀ, ਅਖੀਰਲੀ ਆਵਾਜ਼ ਕਿੱਦਾਂ ਆਏਗੀ। ਸਾਰੇ ਅੱਖਰਾਂ ਦਾ ਇੱਕ ਨਿਯਮ ਹੈ, ਇੱਕ ਫਾਰਮੂਲਾ ਹੈਗਾ। ਜੋ ਅਸੀਂ ਫਾਰਮੂਲੇ ਦੇ ਹਿਸਾਬ ਨਾਲ ਅਸੀਂ ਗਿਣਤੀ ਕਰਾਂਗੇ ਤਾਂ ਕਿਸੇ ਟੀਚਰ ਦੀ ਲੋੜ ਨਹੀਂ, ਕਿਸੇ ਅਧਿਆਪਕ ਦੀ ਲੋੜ ਨਹੀਂ, ਕਿਸੇ ਦੀ ਗਾਈਡੈਂਸ ਦੀ ਲੋੜ ਨਹੀਂ। ਉਹ ਚਾਰਟ ਦੇਖੋ, ਆਪਣੀ ਕਾਪੀ ਦੇ ਉੱਤੇ ਬਣਾ ਕੇ ਰੱਖੋ, ਤੇ ਉਹ ਜਿੱਦਾਂ ਚਾਰਟ ਲੱਗਿਆ ਹੋਇਆ ਉਹਦੇ ਹਿਸਾਬ ਨਾਲ ਬੋਲੋ, ਤੇ ਅਸੀਂ ਆਪਣੇ ਆਪ ਹੀ ਗਿਣਤੀ ਸਿੱਖ ਜਾਾਂਗੇ। ਜਿਵੇਂ ਕਿ ਮੈਂ ਕਿਸੇ ਬੱਚੇ ਨੂੰ ਪੁੱਛਦਾ ਵੀ ਤੁਹਾਡੇ ਪਿਤਾ ਦਾ ਨਾਂ ਕੀ ਆ, ਮਾਤਾ ਦਾ ਨਾਂ ਕੀ ਆ, ਉਹ ਫਟਾਫਟ ਦੱਸ ਦਿੰਦਾ ਵੀ ਮੇਰੇ ਪਿਤਾ ਦਾ ਨਾਂ ਜੀ ਬਲਜੀਤ ਸਿੰਘ ਹੈ। ਕਿਉਂ? ਕਿਉਂਕਿ ਉਹਨੇ ਪੜ੍ਹਿਆ, ਹਰ ਵਾਰੀ ਪੜ੍ਹਦਾ, ਕਈ ਵਾਰੀ ਪੜ੍ਹਿਆ, ਬਹੁਤ ਵਾਰੀ ਪੜ੍ਹਿਆ। ਇਵੇਂ ਦੀ ਕਰੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਪੜ੍ਹਾਂਗੇ, ਸਾਨੂੰ ਇਹ ਪੱਕੀਆਂ ਯਾਦ ਹੋ ਜਾਣਗੀਆਂ, ਸਾਡੇ ਹਿਰਦੇ ਵਿੱਚ ਵਸ ਜਾਣਗੀਆਂ, ਅਸੀਂ ਸਾਰੀ ਉਮਰ ਭੁੱਲ ਨਹੀਂ ਸਕਦੇ ਹੈਗੇ। ਫਿਰ ਸਾਨੂੰ ਬਾਰ-ਬਾਰ ਪੜ੍ਹਨ ਦੀ ਲੋੜ ਨਹੀਂ ਹੈਗੀ। ਇਸ ਕਰਕੇ ਬੇਨਤੀ ਹੈ ਵੀ ਅਗਲੀ ਕਲਾਸ ਦੇ ਵਿੱਚ, ਉਸ ਤੋਂ ਅਗਲੀ ਕਲਾਸ ਦੇ ਵਿੱਚ ਵੀ ਮੈਂ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦੇਵਾਂ। ਉਸ ਤੋਂ ਅਗਲੀ ਵਾਰੀ ਅਗਲਾ ਸਾਡਾ ਟੌਪਿਕ ਇਹ ਹੈਗਾ ਵੀ ਜਿਹੜੇ ਸਾਡੇ ਬੱਚੇ ਨੇ ਅੰਗਰੇਜ਼ੀ ਪੜ੍ਹਦੇ ਨੇ, ਅੰਗਰੇਜ਼ੀ ਦੇ ਕਿੰਨੇ ਸ਼ਬਦ ਸਾਇਲੈਂਟ ਹੋ ਜਾਂਦੇ ਨੇ, ਕਿਉਂ ਹੁੰਦੇ ਨੇ। ਜਿਵੇਂ ਅਸੀਂ ਲਿਖਦੇ ਹਾਂ ਨਾਈਫ, KNIFE, ਉੱਥੇ ਕੇ ਸਾਇਲੈਂਟ ਹੈ। ਕੇ ਸਾਇਲੈਂਟ ਕਿਉਂ ਹੈ? 13 ਅੱਖਰ ਅੰਗਰੇਜ਼ੀ ਦੇ ਸਾਇਲੈਂਟ ਹੋ ਜਾਂਦੇ ਨੇ, ਕਿਉਂ ਹੁੰਦੇ ਨੇ? ਉਹਨਾਂ ਦੇ ਨਿਯਮ ਕੀ ਨੇ? ਉਹਨਾਂ ਦੇ ਫਾਰਮੂਲੇ ਕੀ ਨੇ? ਜਿਹੜੇ ਅੱਖਰ ਅਸੀਂ ਕਦੇ ਅੱਜ ਤੱਕ ਪੜ੍ਹੇ ਕੀ ਹੈ। ਇੱਕ ਲੈਕਚਰ ਦੇ ਵਿੱਚ, ਮੇਰਾ ਲੈਕਚਰ ਇਹੀ ਹੈ, 1 ਘੰਟੇ ਦਾ ਲੈਕਚਰ ਹੈ ਪੂਰਾ, ਵੀ ਅੰਗਰੇਜ਼ੀ ਦੇ 13 ਅੱਖਰਾਂ ਦੇ ਵਿੱਚੋਂ ਉਹ ਕਿਉਂ ਸਾਇਲੈਂਟ ਹੋ ਜਾਂਦੇ ਨੇ, ਕਿੱਥੇ ਕਿੱਥੇ ਸਾਇਲੈਂਟ ਨੇ, ਉਹਨਾਂ ਦੇ ਫਾਰਮੂਲੇ ਕੀ ਨੇ। ਇਹ ਵੀ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਤਾਂ ਕਿ ਅਸੀਂ ਗਲਤ ਉਚਾਰਨ ਨਾ ਕਰੀਏ। ਅਸੀਂ ਜੇ ਕਿਸੇ ਸਕੂਲ 'ਚ ਟੀਚਰ ਲੱਗ ਗਏ, ਕਿਸੇ ਬਾਹਰਲੇ ਕੰਟਰੀ ਜਾ ਕੇ ਅੰਗਰੇਜ਼ੀ ਬੋਲ ਰਹੇ ਹਾਂ, ਸਾਡਾ ਮਖੌਲ ਨਾ ਉਡਾਇਆ ਜਾਵੇ। ਜਿਹੜੇ ਸ਼ਬਦ ਅਸੀਂ ਨਹੀਂ ਪੜ੍ਹੇ, ਜਿਹੜੇ ਅਸੀਂ ਸ਼ਬਦ ਪੜ੍ਹ ਲਏ ਉਹਦਾ ਠੀਕ ਉਚਾਰਨ ਕਰਾਂਗੇ, ਉਹਨਾਂ ਦਾ ਕੋਈ ਗਲਤ, ਉਹਨਾਂ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਗਲਤੀ ਕਰ ਲਈਏ। ਪਰ ਜਿਹੜਾ ਸ਼ਬਦ ਅੱਜ ਤੱਕ ਕਦੇ ਪੜ੍ਹੇ ਹੀ ਨਹੀਂ, ਉੱਥੇ ਕੀ ਕਰਨਾ, ਉਚਾਰਨ ਕਰਨਾ, ਉੱਥੇ ਸਾਇਲੈਂਟ ਕਰਨਾ ਜਾਂ ਸਾਇਲੈਂਟ ਨਹੀਂ ਕਰਨਾ। ਇਹਦਾ ਨਿਯਮ ਕੀ ਹੈ, ਇਹਦਾ ਫਾਰਮੂਲਾ ਕੀ ਹੈ। ਇੱਕ ਲੈਕਚਰ ਦੇ ਵਿੱਚ ਇਸ ਤੋਂ ਜਿਹੜਾ ਨੈਕਸਟ ਆ, ਉਸ ਤੋਂ ਨੈਕਸਟ ਉਪਦੇਸ਼ਨ ਦੇ ਵਿੱਚ ਸਾਡਾ ਸਬਜੈਕਟ ਇਹ ਹੋਏਗਾ। ਹੁਣ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਵੀ 10 ਮਿੰਟ ਦੀ ਵੀਡੀਓ ਹੈਗੀ ਹੈ, ਉਹ ngੰਘੇ ਤੇ ñੰਝੇ ਅੱਖਰ ਦੀ ਸੰਗਤਾਂ ਨੂੰ ਉਹ ਵੀਡੀਓ ਸੁਣਾਉਣ, ਤਾਂ ਕਿ ਉਹ ਪਤਾ ਲੱਗੇ ਇਹਨਾਂ ਦਾ ਉਚਾਰਨ ਕਿੱਦਾਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਨੰਗਾ ਅਤੇ ਨੰਝਾ ਜਿਹੜੇ ਅੱਖਰ ਆਏ ਨੇ, ਖਾਸ ਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ 52 ਅੱਖਰੀ ਦੇ ਵਿੱਚ, ਮੈਂ ਉਸ ਸੰਬੰਧੀ ਉਚਾਰਨ ਇੱਥੇ ਦੇ ਰਿਹਾ ਵਾਂ ਜੀ। ਆਪ ਜੀ ਆਪਣੀਆਂ ਪੋਥੀਆਂ ਦੇ ਵਿੱਚੋਂ ਜਾਂ ਆਪਣੀ ਗੁਰਬਾਣੀ ਦੀ ਐਪ ਦੇ ਵਿੱਚੋਂ ਇਹ ਸ਼ਬਦ ਕੱਢ ਕੇ ਚੰਗੀ ਤਰ੍ਹਾਂ ਉਹਦਾ ਅਭਿਆਸ ਕਰ ਸਕਦੇ ਹੋ। 251 ਪੰਨੇ ਤੇ ਸ਼ਲੋਕ ਅਨਿਕ ਭੇਖ ਅਰ ਗਿਆਨ ਧਿਆਨ। ਇੱਥੇ ਗਿਆਨ ਪੜਿਆ ਜਾਏਗਾ, ਕੱਕਾ ਖੱਖਾ ਗੱਗਾ ਕੱਗਾ ngੰਗਾ। ngੰਗਾ ਲਫ਼ਜ਼ ਹੈ, ngੰਗਾ, ngੰਗੇ ਨੂੰ ਸਿਆਰੀ ਲੱਗ ਗਈ ਗਿਆਨ। ਇਹ ਗਿਆਨ ਦਾ ਦੂਸਰਾ ਰੂਪ ਹੈਗਾ ਗਿਆਨ। ਅਰਥ ਇਹਦਾ ਗਿਆਨ ਬਣੇਗਾ, ਪਰ ਉਚਾਰਨ ਇੱਥੇ ਗਿਆਨ ਕਰਨਾ ਹੈਗਾ। ਅਨਿਕ ਭੇਖ ਅਰ ਗਿਆਨ ਧਿਆਨ, ਮਨ ਹਠ ਮਿਲਿਓ ਨਾ ਕੋਏ। ਕਹੋ ਨਾਨਕ ਕਿਰਪਾ ਭਈ, ਭਗਤ ਗਿਆਨੀ ਸੋਏ। ਹੁਣ ਇੱਥੇ ਗਿਆਨੀ ਬੋਲਣਾ ਹੈਗਾ, ਕੱਕਾ ਖੱਖਾ ਗੱਗਾ ਕੱਗਾ ngੰਗਾ, ਗਿਆਨੀ। ਇੱਥੇ ਅਰਥ ਗਿਆਨੀ ਦੇ ਬਣਨਗੇ, ਪਰ ਉਚਾਰਨ ਗਿਆਨੀ ਹੋਏਗਾ। ਹਾਂਜੀ, ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਵੀਡੀਓ ਦੀ? ਆ ਰਹੀ ਹੈ ਜੀ, ਆ ਰਹੀ ਹੈ ਜੀ। ਠੀਕ ਹੈ ਜੀ, ਓਕੇ। ngੰਗਾ ਗਿਆਨ ਨਹੀਂ ਮੁਖ ਬਾਤੋਂ। ngੰਗਾ, ਹੁਣ ਦੇਖ ਲਓ ngੰਗਾ ਅੱਖਰ ਆ ਗਿਆ, ਇਹ ਕੱਕਾ ਖੱਖਾ ਗੱਗਾ ਕੱਗਾ ngੰਗਾ। ngੰਗਾ ਗਿਆਨ ਨਹੀਂ ਮੁਖ ਬਾਤੋਂ, ਅਨਿਕ ਜੁਗਤ ਸ਼ਾਸਤਰ ਕਰ ਭਾਤੋਂ। ਅਨਿਕ ਜੁਗਤ ਸ਼ਾਸਤਰ ਕਰ ਭਾਂਤੋਂ, ਗਿਆਨੀ ਸੋਏ ਜਾ ਕੇ ਦ੍ਰਿੜ ਸੋਊ। ਗਿਆਨੀ, ਗਿਆਨੀ ਸੋਏ ਜਾ ਕੇ ਦ੍ਰਿੜ ਸੋਊ। ਕਹਿਤ ਸੁਨਤ ਕਛ ਜੋਗ ਨਾ ਹੋਊ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ, ਉਸ਼ਨ ਸ਼ੀਤ ਸਮਸਰ ਸਭ ਤਾਕੈ। ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ
जाको कृपा तारी। हाँ जी, ये शब्द फिर अगों आ गया जी 253 पन्ने ते। श्लोक अत सुंदर कुलीन चतुर मुख ज्ञानी धनवंत। ज्ञानी कक्का खक्का गग्गा कग्गा गंगा, इत्थे गंगा बोलिया जाएगा ज्ञानी। अर्थ बनणगे ज्ञानी दे, उच्चारण ज्ञानी आएगा। मुख ज्ञानी धनवंत, मृतक कहिए नानका जे प्रीत नहीं भगवंत। पौड़ी गंगा खट शास्त्र होए ज्ञाता। देखो गंगा शब्द आ गया, कक्का खखा गग्गा कग्गा गंगा। गंगा खट शास्त्र हुए ज्ञाता, पूरक कुंभक रेचक करमाता। ज्ञान ध्यान तीर्थ इशनानी। ज्ञान गंगे नाल, कक्का खखा गग्गा कग्गा गंगा। ज्ञान ध्यान तीर्थ इशनानी, सोम पाक अपरस उद्यानी। राम नाम संग मन नहीं हेता, जो कछ कीनो सो अनेता। वह ते उत्तम गनो चंडाला, नानक जिह मन बसै गोपाला। 254 पन्ने ते फिर एक गंगा अखर आया है। श्लोक नन काले सब दिवस सास, नह बडन कटन तिलसार। इत्थे गण नंगे नाल, अर्थ दे गण दे बनणगे, उच्चारण गण आएगा। कक्का खक्का गग्गा कग्गा गंगा। गण काले सब दिवस सास, नह बडन कटन तिलसार। जीवन लोरें परम मोह, नानक तेऊ गवार। पौड़ी गंगा नरासै काल ते, जो साकत प्रभ कीन। फिर गंगा अखर आ गया, कक्का खक्का गग्गा कग्गा गंगा। गंगा नरास साकत प्रभ कीन, अनिक जोन जन्म मरे आत्म राम ना चीन। गंगा नरासै काल तेह, ते जिहड़ा ना वो नासकी उच्चारण होएगा बिंदी नाल, ते मैंने तिन्हां नूं उन्हां नूं। गंगा नरासै काल ते, जो साकत प्रभ कीन। अनिक जोन जन्म मरे आत्म राम ना चीन। ज्ञान ध्यान ताहू को आए, कर कृपा जिह आप दिवाए। गणती गणी नहीं को छूटै। इत्थे फिर गंगा आ गया जी, कक्का खक्का गग्गा कग्गा गंगा। गणती गणी नहीं को छूटै, काची गागर सर पर फूटै। सो जीवत जिह जीवत जपिया, प्रगट पए नानक नह छपिया। हाँ जी, 255 पन्ने ते हुण ञा अखर आ गया, चच्चा छच्छा जज्जा चज्जा ञा। श्लोक यतन करो तुम अनिक बिद, रहन ना पावो मीत। यतन ए अर्थ जतन बनेगा जज्जे नाल, उच्चारण ञा आएगा। चच्चा छच्छा जज्जा चज्जा ञा। यतन यतन करो तुम अनिक बिद। जे तुसी भी यतन करोगे ते तुहाडा भी ਜ਼ਬਾਨ ਤੋਂ ਪ੍ਰੋਨਾਂਸ ञ निकल आएगा। तुसी भी यतन करो, भाव कोशिश करो। जज्जा जतन, पर इत्थे जज्जे दी थां ते ञा हैगा यतन। जिवें जिवें ਅਸੀਂ ਕੋਸ਼ਿਸ਼ ਕਰਦੇ ਹਾਂ ਉਵੇਂ ਸਾਡਾ ਉਚਾਰਨ ਵੀ ਠੀਕ ਹੋ ਜਾਂਦਾ ਹੈ। ਇਹਨੂੰ ਬਾਰ-ਬਾਰ ਪੜੋਗੇ ਤੇ ਤੁਹਾਡਾ ਉਹ ਪ੍ਰੋਨਾਂਸ ਠੀਕ ਹੋ ਜਾਏਗਾ। ਇਸ ਕਰਕੇ ਤੁਸੀਂ ਵੀ ਯਤਨ ਕਰੋ। ञ ਨਾਲ ਯਤਨ ਕਰੋ तुम अनिक बिद, रह न पावो मीत। जीवित रहो हर हर भजो, नानक नाम प्रीत। पवड़ी ञा जानो दृढ़ सही। हाँ जी, इत्थे ञा फिर अखर आ गया जी, चच्चा छच्छा जज्जा चज्जा ञा। ञाणो ञा ञाणो, इत्थे फिर अर्थ जाणो दे बनणगे, उच्चारण ञाणो आएगा। ञा ञाणो दृढ़ सही, बिनस जात एह हेत। गणती गणो न गण सको, ऊठ सुधारे केत। यों पेखों सो बिनस दो। इत्थे यों मैंने जो, जज्जा जिहड़ा ਉਹ ञ ਦੀ ਥਾਂ ਤੇ ਆ ਗਿਆ, ञा जिहड़ा जज्जे ਦੀ ਥਾਂ ਤੇ ਵਰਤਿਆ ਗਿਆ। अर्थ जज्जे वाले बनणगे, उच्चारण ञा आएगा। यों यों पेखों सो बिनस दो। कास्यो करिए संग, कास्यो करिए संग। ञाणो या बिद सही चित, झूठो माया रंग। ञाणत सोई संत सुए, भ्रमते कीच पिन। अंधकूप ते तेह कड्डो, जे होवो सुप्रसन्न। ञाकै हाथ समरथ ते,
ਹੁਣ ਫਿਰ ਯਾ ਆ ਗਿਆ, ਚੱਚਾ ਛੱਛਾ ਜੱਜਾ ਚੱਜਾ ññਾ। ਯਾ ਕੇ ਹਾਥ ਅਰਥ ਬਣ ਕੇ ਜੱਜੇ ਦੇ ਜਾ ਕੇ ਹਾਥ, ਉਚਾਰਨ ਯਾ ਕੇ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ, ਨਾਨਕ ਤੇ ਉਸਤਤ ਕਰੋ ਯਾਹੂ ਕੀਓ ਸੰਜੋਗ। ਅਰਥ ਜਾਹੂ ਦੇ ਆਣ ਕੇ ਜਾਹੂ, ਉਚਾਰਨ ਯਾਹੂ ਆਏਗਾ ññੇ ਨਾਲ, ਚੱਚਾ ਛੱਛਾ ਜੱਜਾ ਚੱਜਾ ññਾ। ਨਾਨਕ ਤੇ ਉਸਤਤ ਕਰੋ ਯਾਹੂ ਕੀਓ ਸੰਜੋਗ। 92 ਪੰਨੇ ਤੇ ਵੀ ਭਗਤ ਕਬੀਰ ਜੀ ਦਾ ਸ਼੍ਰੀ ਰਾਗ ਦਾ ਇੱਕ ਸ਼ਬਦ ਹੈ, ਉਹ ਵੀ ਆਪ ਜੀ ਉਚਾਰਨ ਸਰਵਣ ਕਰ ਲੋ ਜੀ। श्री राग भगत कबीर जियो का अचरज एक सुनोरे पंडिया। इनू अचरज नहीं बोलना, अचरज बोलना है। चरज हुंदा होनी, अचरज मैंने अनहोनी। अचरज अद्भुत, चर्ज आ गया मैंने होनी हो गई, एक ही चर्ज आ गया। अचरज अद्भुत, अचरज एड़ा अगितर हैगा, प्रीफिक्स हैगा, इनू अचरज नहीं बोलना। सुखमनी साहिब दे विच भी ये तुक आंदी है, साध जना की अचरज कथा। अचरज नहीं, अचरज। अचरज तो यह शब्द बनया अचरज, ते हिंदी का शब्द है आश्चर्य। अचरज एक सुनोरे पंडिया, अब किछ कहन न जाई। सुर नर गण गंधर्व जिन मोहे, हाँ जी, सुर नर गण गंधर्व जिन मोहे। ध जड़ा वो पैर चराने वाला हैगा। सुर नर गण गंधर्व जिन मोहे, त्रिभुवन मेखुली लाई। राजा राम अनहद किंगुरी पाजै, जाकी दिष्ट नाद लिव लागै रहाओ। पाठी गगन ਸਿੰਘਿਆ ਅਰ ਚੁੰਗਿਆ। हाँ ਇਹ मैं दो शब्द कह रहा सी, गंगा अखर ਜਿਹਦਾ ਅਸੀਂ ਪਿੱਛੇ ਉਚਾਰਨ ਦੇਖ ਕੇ ਆਏ ਆ, ññੇ ਦਾ ਤੇ ਗੰਗੇ ਦਾ। ਇੱਥੇ ਗੰਗੇ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ, ਇਹ ਤਾਂ ਸ਼ਬਦ ਲਿਆ ਹੈਗਾ, ਕੱਕਾ ਖੱਖਾ ਗੱਗਾ ਕੱਗਾ ਨੰਗਾ। ਹਾਂਜੀ, ਪਾਠੀ ਗगन ਸਿੰਘਿਆ ਅਰ ਚੁੰਗਿਆ। ਇਹਨੂੰ ਚੁੰਗਿਆ ਬੋਲਣਾ ਹੈਗਾ, ਸਿੰਘਿਆ ਬੋਲਣਾ ਹੈਗਾ, ਸਿੰਘਿਆ ਤੇ ਚੁੰਗਿਆ। पाठी गगन ਸਿੰਘਿਆ अर चुंगिया, कनक कलश एक पाया। तिसमें तार चुए अत निर्मल, रस में रसन चुआया। एक जू बात अनूप बनी है। हाँ इत्थे जो नहीं बोलना, जू जज्जे नूं औंकड़ नाल है, छोटी उकी मात्रा। एक जू बात अनूप बनी है, पवन प्याला साजिया। तीन पवन में एको जोगी, कहो कवन है राजा। ऐसे ज्ञान प्रगटिया पुरखोतम, कहो कबीर रंग राता। और दुनी सब परम भुलानी, मन राम रसायन माता। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। गुरु रूप गुरु प्यारी साध संगत जीओ, जदों असी धन धन गुरु ग्रंथ साहिब महाराज जी की पावन अमृतमई बाणी नूं पढ़दे हाँ, ते गुरु ग्रंथ साहिब महाराज जी की पावन अमृतमई